ਜੇ ਸਾਰੇ ਪਰਮਾਤਮਾ ਨੇ ਭੇਜੇ ਨੇ, ਜੇ ਸਾਰੇ ਅਸੀਂ ਪਰਮਾਤਮਾ ਦੀ ਅੰਸ਼ ਹਾਂ, ਤੇ ਫਿਰ ਇੱਕ ਦੂਸਰੇ ਨੂੰ ਇਹ ਨੀਵਾਂ ਦਿਖਾਉਣ ਦੀ ਜਿਹੜੀ ਦੌੜ ਹੈ, ਇਹ ਤੇ ਫਿਰ ਐਂਟੀ ਧਾਰਮਿਕ ਨਾ ਹੋ ਗਈ। ਹੁਣ ਆਪਣੀ ਕਮਿਊਨਿਟੀ ਦੀ ਗੱਲ ਕਰ ਲਈ, ਆਪਣਾ ਸਿੱਖ ਭਾਈਚਾਰੇ 'ਚ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਕਿ ਅਸੀਂ ਵੱਖਰੇ ਹਾਂ, ਪਰ ਜਿਹੜਾ ਰਿਲੀਜਨ ਹੈ, ਰਿਲੀਜਨ ਦੇ ਵਿੱਚ ਤੇ ਜ਼ੋਰ ਇਸ ਗੱਲ ਤੇ ਹੁੰਦਾ ਜਾਂ ਹੋਣਾ ਚਾਹੀਦਾ ਕਿ ਅਸੀਂ ਸਾਂਝੇ ਹਾਂ, ਅਸੀਂ ਇੱਕ ਹਾਂ। ਪਰ ਜਦੋਂ ਅਸੀਂ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਲਾਤਾ ਕਿ ਅਸੀਂ ਵੱਖਰੇ ਹਾਂ, ਤੇ ਕਿਤੇ ਨਾ ਕਿਤੇ ਇਉਂ ਨਹੀਂ ਲੱਗਦਾ ਵੀ ਥਿੜਕ ਜਾ ਰਹੇ ਹਾਂ, ਅਸਲੀ ਗੱਲ ਤੋਂ ਥਿੜਕ ਰਹੇ ਹਾਂ। ਅਸੀਂ ਸੰਤ ਉਹਨੂੰ ਬਣਾ ਲਿਆ ਜਿਹੜਾ ਦੇਖਣ ਨੂੰ ਇੱਕ ਪਾਰਟਿਕੂਲਰ ਕਿਸਮ ਦਾ ਲੱਗ ਰਿਹਾ। ਸਾਡੇ ਸਾਹਮਣੇ ਆ ਹਿੰਦੁਸਤਾਨ ਦੇ ਅੰਕੜੇ ਵੀ, ਪੂਰੇ ਹਿੰਦੁਸਤਾਨ ਦੇ, ਕਿ ਜਿਹੜੇ ਗॉडमैन ਨੇ ਕੋਟ ਅਨਕੋਟ, ਉਹ ਤਾਂ ਰੇਪਿਸਟ ਤੱਕ ਖੜੇ ਹੋਏ ਨੇ, ਉਹ ਤਾਂ ਪੋਲੀਟੀਕਲੀ ਅਲਾਈਨਡ ਨੇ ਲੋਕਾਂ ਨੂੰ ਵਰਤਣ ਲਈ। ਸਾਰੇ ਦਾ ਸਾਰਾ ਜ਼ੋਰ ਪੋਲੀਟੀਕਲ ਆਇਡੈਂਟੀਟੀ ਤੇ ਹੋ ਗਿਆ, ਜਦ ਕਿ ਜਿਹੜੀ ਸਿੱਖੀ ਹੈ ਤੇ ਬੇਸਿਕਲੀ ਤੇ ਇੱਕ ਸਪਿਰਿਚੁਅਲ ਮੂਵਮੈਂਟ ਸੀ, ਜਿਹੜੀ ਅੰਦਰੋਂ ਇਨਸਾਨ ਨੂੰ ਬਦਲਣਾ, ਉਹਦੀ ਬਜਾਏ ਪੋਲੀਟੀਕਲ ਆਇਡੈਂਟੀਟੀ ਤੇ ਜ਼ਿਆਦਾ ਜ਼ੋਰ ਹੋ ਗਿਆ। ਜਿਹੜੇ ਵੈਸਟ ਦੇ ਵੀ ਜੰਪਲ ਨੇ, ਜਿਹੜੇ ਨਹੀਂ ਵੀ ਪੰਜਾਬੀ ਜਾਂ ਸਾਊਥ ਏਸ਼ੀਅਨ ਭਾਈਚਾਰੇ ਦੇ, ਉਹ ਵੀ ਬੜਾ ਊਟ ਪਟੰਗ ਬੋਲਦੇ ਨੇ। ਤੁਸੀਂ ਉਹਨਾਂ ਦੀ ਵੋਕੈਬਲਰੀ ਦੇਖੋ, ਈਵਨ ਨੈਸ਼ਨਲ ਮੀਡੀਆ ਤੇ ਵੀ ਕੀ ਬੋਲ ਜਾਂਦੇ ਨੇ। ਦੇਖੋ ਕਈ ਚੀਜ਼ਾਂ ਬੜੀਆਂ ਕਾਮਨ ਨੇ, ਜਿਵੇਂ ਆਮ ਸਾਡੇ ਪ੍ਰਚਾਰਕ ਬੜੇ ਸੰਤ ਵੀ ਬੋਲਦੇ ਨੇ ਕਿ ਜੀ ਉਹ ਕੋਨਾ ਮੋਨਾ, ਹਾਂਜੀ, ਮਤਲਬ ਬੜਾ ਹੀ ਇਨਸਲਟਿੰਗ ਹੈ ਕਿਸੇ ਦੂਸਰੇ ਲਈ। ਦੂਸਰਾ ਕੋਨਾ ਮੋਨਾ ਹੋ ਸਕਦਾ ਕਿਸੇ ਨੇ ਵਾਲ ਕੱਟੇ ਹੋਣ, ਪਰ ਉਹ ਕੋਨਾ ਮੋਨਾ ਕਿਵੇਂ ਹੋ ਗਿਆ? ਇਸ ਖਾਸ ਗੱਲਬਾਤ 'ਚ ਤੁਹਾਡਾ ਸਵਾਗਤ। ਅੱਜ ਦੇ ਇਸ ਯੁੱਗ 'ਚ, ਜਿਸ ਨੂੰ ਅਸੀਂ ਇੱਕ ਸੱਭਿਅਕ ਯੁੱਗ ਕਹਿੰਦੇ ਹਾਂ, ਜਿਹਦੇ 'ਚ ਅਸੀਂ ਇੱਕ ਸਿਵਲਾਈਜ਼ਡ ਵਰਲਡ ਕ੍ਰੀਏਟ ਕਰਨ ਦੀ ਗੱਲ ਕਰਦੇ ਹਾਂ, ਇਹਦੇ 'ਚ ਅਸੀਂ ਲੈਂਗੁਏਜ ਦੇ ਪੱਖ ਤੋਂ, ਭਾਸ਼ਾ ਦੇ ਪੱਖ ਤੋਂ, ਬਹੁਤ ਸਾਰੇ ਜਿਹੜੀ ਟਰਮਨੋਲੋਜੀ ਹੈ ਉਹਦੀ ਵਰਤਣ ਦੇ ਪੱਖ ਤੋਂ, ਜਾਂ ਬਹੁਤ ਸਾਰੇ ਜਿਹੜੇ ਲੈਂਗੁਏਜ ਦੇ ਐਕਸਪ੍ਰੈਸ਼ਨ ਨੇ ਉਹਨਾਂ ਦੇ ਪੱਖ ਤੋਂ, ਬਹੁਤ ਸਾਰੇ ਇਹ ਜਿਹੇ ਸਲੀਕੇ ਡਿਵੈਲਪ ਕੀਤੇ ਨੇ, ਜਿਨ੍ਹਾਂ ਰਾਹੀਂ ਸਾਡੇ ਮਨ 'ਚ ਇਹ ਹੁੰਦਾ ਕਿ ਅਸੀਂ ਕਿਸੇ ਰੇਸ ਬਾਰੇ, ਕਿਸੇ ਜਾਤ ਬਾਰੇ, ਜੈਂਡਰ ਬਾਰੇ, ਜਾਂ ਜਿਹੜੀਆਂ ਡਿਸਏਬਿਲਿਟੀਜ਼ ਨੇ ਉਹਨਾਂ ਦੇ ਪੱਖ ਤੋਂ ਕਿਸੇ ਬਾਰੇ ਅਪਮਾਨਜਨਕ ਗੱਲ ਨਾ ਕਰੀਏ। ਪਰ ਇਹ ਜਿਹੜੀ ਚੀਜ਼ ਹੈ, ਅਜੇ ਵੀ ਜਿਹੜਾ ਖੇਤਰ ਜਿਹਦੇ 'ਚ ਇਹ ਲਾਗੂ ਨਹੀਂ ਹੋਈ, ਉਹ ਹੈ ਜਿਹੜੀ ਧਰਮਾਂ ਦੀ ਜਿਹੜੀ ਡਿਸਕਸ਼ਨ ਹੈ। ਧਰਮਾਂ ਦੇ ਵਿੱਚ ਇੱਕ ਦੂਜੇ ਬਾਰੇ ਜਿਹੜੀ ਗੱਲਬਾਤ ਹੁੰਦੀ, ਸੋ ਜਿਹੜੀ ਧਾਰਮਿਕ ਕਲਚਰ ਹੈ ਉਹਦੇ ਅੰਦਰ ਇਹ ਚੀਜ਼ ਮਿਸਿੰਗ ਲੱਗਦੀ ਹੈ, ਅਤੇ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨੀ। ਬੜਾ ਹੀ ਇੰਪੋਰਟੈਂਟ ਟੌਪਿਕ ਹੈ, ਅਤੇ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਜਿਹੜੀ ਸ਼ਖਸੀਅਤ ਹੈ ਉਹ ਵੀ ਬਹੁਤ ਹੀ ਵਿਦਵਾਨ ਸ਼ਖਸੀਅਤ ਨੇ। ਹਰਿੰਦਰ ਸਿੰਘ, ਜਿਹੜੇ ਕਿ ਆਥਰ ਨੇ, ਐਕਟਿਵਿਸਟ ਨੇ, ਅਤੇ US ਬੇਸਡ ਸਿੱਖ ਰਿਸਰਚ ਇੰਸਟੀਚਿਊਟ ਅਤੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਫਾਊਂਡਰ ਨੇ। ਹਰਿੰਦਰ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਮਿਹਰਬਾਨੀ। ਅਤੇ ਇਹ ਜਿਹੜੀ ਚੀਜ਼ ਹੈਗੀ ਹੈ ਕਿ ਅਸੀਂ ਇੱਕ ਨਵੀਂ ਤਰ੍ਹਾਂ ਦੀ ਸੈਂਸਿਬਿਲਿਟੀ ਡਿਵੈਲਪ ਕੀਤੀ ਹੈ, ਪਰ ਇਹ ਸੈਂਸਿਬਿਲਿਟੀ ਸਾਨੂੰ ਜਦੋਂ ਅਸੀਂ ਆਪਣੇ ਧਾਰਮਿਕ ਖੇਤਰਾਂ 'ਚ, ਦੀਵਾਨਾਂ 'ਚ ਚਲੇ ਜਾਂਦੇ, ਉੱਥੇ ਨਹੀਂ ਸਾਨੂੰ ਮਹਿਸੂਸ ਹੁੰਦੀ, ਵੀ ਐਂ ਲੱਗਦਾ ਕਿ ਉਹ ਅਜੇ ਵੀ ਇੱਕ ਡਿਫਰੈਂਟ ਵਰਲਡ 'ਚ ਰਹਿ ਰਿਹਾ। ਜਿਵੇਂ ਜੇ ਆਪਾਂ ਸ਼ੁਰੂ ਕਰੀਏ ਕਿ ਇਹ ਬੜਾ ਕਾਮਨ ਹੈ ਜਦੋਂ ਅਸੀਂ ਧਾਰਮਿਕ ਗੱਲਬਾਤ ਜਾਂਦੇ ਹਾਂ ਕਿ ਜੀ ਜਿਹੜਾ ਸਾਡਾ ਧਰਮ ਹੈ ਸਭ ਤੋਂ ਉੱਚਾ, ਅਤੇ ਔਰ ਇਹ ਗੱਲ ਕਰਦੇ ਕਰਦੇ ਬੜੇ ਸਹਿਜੇ ਹੀ ਅਸੀਂ ਦੂਸਰੇ ਧਰਮਾਂ ਨੂੰ ਨੀਵਾਂ ਦਿਖਾਉਣਾ ਸ਼ੁਰੂ ਕਰ ਦਿੰਦੇ। ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਇਸ ਚੀਜ਼ ਬਾਰੇ ਸਾਨੂੰ ਥੋੜ੍ਹਾ ਜਿਹਾ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ? ਥੋੜ੍ਹੀ ਨਹੀਂ ਜੀ, ਮੈਂ ਤਾਂ ਤੁਹਾਡੇ ਨਾਲ ਪੂਰਾ ਸਹਿਮਤ ਹਾਂ। ਇਹਦੇ ਬਾਰੇ ਬਹੁਤ ਜ਼ਿਆਦਾ ਸਾਨੂੰ ਇੰਟਰਸਪੈਕਟ ਕਰਨ ਦੀ ਲੋੜ ਆ, ਸਵੈ ਪੜਚੋਲਤਾ ਕਰਨ ਦੀ ਲੋੜ ਆ, ਕਿਉਂਕਿ ਇਹ ਐਕਚੁਅਲੀ ਹੈਗਾ ਕੰਪਲੈਕਸ ਦਾ ਹਿੱਸਾ ਬਣ ਗਿਆ। ਜਾਂ ਤਾਂ ਅਸੀਂ ਇਨਫੀਰੀਅਰਿਟੀ ਕੰਪਲੈਕਸ ਵਿੱਚ ਜੀ ਰਹੇ ਹੁੰਦੇ ਹਾਂ, ਭਾਵੇਂ ਉਹ ਧਰਮ ਦੀ ਗੱਲ ਆ ਜਾਂਦੀ ਆ, ਜਾਂ ਜਿਹੜੀਆਂ ਅਸੀਂ ਸੋਸ਼ਲ ਸਟ੍ਰੈਟਾ ਦੇ ਲੈਵਲ 'ਤੇ ਵੀ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ, ਜਾਂ ਅਸੀਂ ਸੁਪੀਰੀਅਰਿਟੀ ਕੰਪਲੈਕਸ ਵਿੱਚ ਚਲੇ ਜਾਂਦੇ ਹਾਂ। ਅਤੇ ਜੇ ਮੈਂ ਇੰਸਪੀਰੇਸ਼ਨ ਲਵਾਂ ਗੁਰੂ ਨਾਨਕ ਸਾਹਿਬ ਦੇ ਆਈਡੀਏ ਤੋਂ, ਜਦ ਸਿੱਖਾਂ ਦੇ ਵਿੱਚ ਇਹ ਗੱਲ ਕਰਨ ਦੀ ਲੋੜ ਹੁੰਦੀ ਆ, ਉਹਨਾਂ 'ਤੇ ਕਿਹਾ ਹੋਇਆ ਬੜਾ ਕਲੀਅਰਲੀ, ਨਾਨਕ ਉੱਤਮ ਨੀਚ ਨਾ ਕੋਏ। ਅਤੇ ਜੇ ਉੱਤਮ ਨੀਚ ਕੋਈ ਨਹੀਂ ਹੈਗਾ, ਸਿਮਿਲਰਲੀ ਜੇ ਅਸੀਂ ਕਿਸੇ ਦੀ ਉਸਤਤ ਨਿੰਦਿਆ ਦੋ ਤਿਆਗੇ, ਇਹ ਵੋਕੈਬਲਰੀ ਹੈ ਗੁਰਬਾਣੀ ਦੀ, ਜਿਹੜੀ ਕਿ ਐਕਚੁਅਲੀ ਆਵਾਮ ਲਈ ਹੈ। ਅਤੇ ਦੋਨੋਂ ਚੀਜ਼ਾਂ ਹੀ ਅਸੀਂ ਜੇ ਪ੍ਰੈਕਟਿਸ ਕਰ ਰਹੇ ਹਾਂ, ਇਹਦਾ ਮਤਲਬ ਅਸੀਂ ਕਿਸੇ ਨੂੰ ਥੱਲੇ ਦਿਖਾਉਣ ਲੱਗੇ ਹਾਂ। ਆਪਣੇ ਨਿਵੇਕਲੇਪਣ ਦੀ ਗੱਲ ਕਰੋ, ਆਪਣੀ ਯੂਨੀਕਨੈਸ ਦੀ ਗੱਲ ਕਰੋ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਨਾਂ ਨਾਲੋਂ ਬੈਟਰ ਹਾਂ ਜਾਂ ਸੁਪੀਰੀਅਰ ਹਾਂ, ਜਾਂ ਅਸੀਂ ਉਹਨਾਂ ਨਾਲੋਂ ਥੱਲੇ ਦੇ ਹਾਂ ਜਾਂ ਉਹਨਾਂ ਦੇ ਗੁਲਾਮ ਬਣ ਕੇ ਰਹੀਏ। ਤੁਸੀਂ ਤਾਂ ਰਿਲੀਜਨ ਦੇ ਵਿਦਵਾਨ ਹੋ। ਹਰ ਜਿਹੜਾ ਰਿਲੀਜਨ ਹੈ, ਇਕੱਲੀ ਮੈਂ ਸਿੱਖੀ ਦੀ ਗੱਲ ਨਹੀਂ ਕਰਦਾ, ਹਰ ਰਿਲੀਜਨ ਉਹਦੀ ਫਾਊਂਡੇਸ਼ਨ ਹੈ ਕਿ ਇੱਕ ਪਰਮਾਤਮਾ ਹੈ, ਅਤੇ ਪਰਮਾਤਮਾ ਨੇ ਆਪਣੇ ਦੂਤ ਭੇਜੇ ਧਰਤੀ 'ਤੇ ਇਨਸਾਨੀਅਤ ਦੇ ਪਾਰ ਉਤਾਰੇ ਲਈ। ਪ੍ਰੋਫਿਟ, ਪੈਗੰਬਰ, ਅਵਤਾਰ, ਸੰਤ ਆਪਾਂ ਉਹਨੂੰ ਕਹਿੰਦੇ ਹਾਂ। ਜੇ ਸਾਰੇ ਪਰਮਾਤਮਾ ਨੇ ਭੇਜੇ ਨੇ, ਜੇ ਸਾਰੇ ਅਸੀਂ ਪਰਮਾਤਮਾ ਦੀ ਅੰਸ਼ ਹਾਂ, ਅਤੇ ਫਿਰ ਇੱਕ ਦੂਸਰੇ ਨੂੰ ਇਹ ਨੀਵਾਂ ਦਿਖਾਉਣ ਦੀ ਜਿਹੜੀ ਦੌੜ ਹੈ, ਇਹ ਤੇ ਫਿਰ ਐਂਟੀ ਧਾਰਮਿਕ ਨਾ ਹੋ ਗਈ? ਐਂਟੀ ਧਾਰਮਿਕ ਹੀ, ਅਤੇ ਧਰਮ ਆਪਣੇ ਆਪ 'ਚ ਹੀ ਪ੍ਰੋਬਲਮ ਹੈ ਇਸ ਮਾਮਲੇ 'ਚ। ਜੇ ਇਹਨੂੰ ਆਪਾਂ ਹੋਰ ਡੀਪ ਜਾ ਕੇ ਦੇਖਣ ਦੀ ਕੋਸ਼ਿਸ਼ ਕਰਾਂਗੇ, ਪਹਿਲੀ ਗੱਲ ਇਹ ਅਸੰਪਸ਼ਨ ਪੂਰੀ ਠੀਕ ਨਹੀਂ ਕਿ ਸਾਰੇ ਇੱਕੋ ਜਿਹੇ ਮੰਨਦੇ ਨੇ। ਆਈ ਥਿੰਕ ਇਹ ਕਲਾਸਿਕਲੀ ਰਿਲੀਜੀਅਸ ਆਈਡੀਆਜ਼ ਵਿੱਚ ਮੰਨਿਆ ਜਾਂਦਾ ਸੀ। ਅੱਜ ਕੱਲ੍ਹ ਜੇ ਇਹਨਾਂ ਨੂੰ ਧਿਆਨ ਨਾਲ ਦੇਖੀਏ,
ਕਾਫੀ ਰਿਲੀਜਨਸ ਤੇ ਧਰਮ ਤੇ ਫਿਲਾਸਫੀਜ਼ ਤੇ ਜਿਹੜੀਆਂ ਮਿਸਟਿਸਿਜ਼ਮਸ ਨੇ ਉਹ ਐਕਚੁਅਲੀ ਆਪਣੇ ਆਪ ਨੂੰ ਬੜਾ ਐਕਸਕਲੂਸਿਵ ਮੰਨਦੀਆਂ ਨੇ। ਆਪਣੇ ਆਪ ਨੂੰ ਐਕਸਕਲੂਸਿਵ ਮੰਨਣਾ ਹੀ ਡਿਫਰੈਂਸ਼ੀਏਸ਼ਨ ਸ਼ੁਰੂ ਕਰਾ ਦਿੰਦਾ, ਕਿਉਂਕਿ ਕਿਸੇ ਖਿੱਤੇ ਦੇ, ਕਿਸੇ ਖਾਸ ਕਿਸਮ ਦੇ ਲੋਕ, ਕਿਸੇ ਖਾਸ ਜਾਤ ਦੇ ਲੋਕ, ਕਿਸੇ ਖਾਸ ਰੇਸ ਦੇ ਲੋਕ, ਕਿਸੇ ਖਾਸ ਜੈਂਡਰ ਦੇ ਲੋਕ ਲਈ ਜੇ ਕਿਸੇ ਐਕਸਕਲੂਸਿਵ ਸਪੇਸ ਦੇਣੀ ਹੈ ਜਿਹਨੂੰ ਕੋਈ ਹੈਵਨ ਕਹਿ ਦਿੰਦਾ, ਕੋਈ ਕੁਝ ਹੋਰ ਕਹਿ ਦਿੰਦਾ, ਡਿਸਕ੍ਰਿਮੀਨੇਸ਼ਨ ਤਾਂ ਉੱਥੋਂ ਹੀ ਸ਼ੁਰੂ ਹੁੰਦੀ ਆ। ਹੁਣ ਆਪਣੀ ਕਮਿਊਨਿਟੀ ਦੀ ਗੱਲ ਕਰ ਲਈ, ਆਪਣਾ ਸਿੱਖ ਭਾਈਚਾਰੇ 'ਚ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਕਿ ਅਸੀਂ ਵੱਖਰੇ ਹਾਂ। ਹਾਂਜੀ, ਓਕੇ, ਉਹਦੇ ਕੁਝ ਪੋਲੀਟੀਕਲ ਬੈਕਗਰਾਊਂਡ ਹੈ, ਉਹ ਤੇ ਸਮਝ ਆਉਂਦੀ ਹੈ, ਪਰ ਜਿਹੜਾ ਰਿਲੀਜਨ ਹੈ, ਰਿਲੀਜਨ ਦੇ ਵਿੱਚ ਤੇ ਜ਼ੋਰ ਇਸ ਗੱਲ ਤੇ ਹੁੰਦਾ ਜਾਂ ਹੋਣਾ ਚਾਹੀਦਾ ਕਿ ਅਸੀਂ ਸਾਂਝੇ ਹਾਂ, ਅਸੀਂ ਇੱਕ ਹਾਂ, ਅਸੀਂ ਵੱਖਰੇ ਨਹੀਂ ਹਾਂ, ਸਾਰੀ ਇਨਸਾਨੀਅਤ ਅਸੀਂ ਇੱਕੋ ਹੀ ਪਰਮਾਤਮਾ ਦੀ ਅੰਸ਼ ਹੈ। ਪਰ ਜਦੋਂ ਅਸੀਂ ਸਾਰਾ ਜ਼ੋਰ ਇਸ ਗੱਲ ਦੇ ਉੱਤੇ ਲਾਤਾ ਕਿ ਅਸੀਂ ਵੱਖਰੇ ਹਾਂ, ਤੇ ਕਿਤੇ ਨਾ ਕਿਤੇ ਇਉਂ ਨਹੀਂ ਲੱਗਦਾ ਵੀ ਥਿੜਕ ਜਾ ਰਹੇ ਹਾਂ, ਅਸੀਂ ਅਸਲੀ ਗੱਲ ਤੋਂ ਥਿੜਕ ਰਹੇ ਹਾਂ। ਅਸਲੀ ਗੱਲ ਤੋਂ ਬਹੁਤ ਜ਼ਿਆਦਾ ਥਿੜਕ ਗਏ ਆ। ਮੈਂ ਤਾਂ ਤੁਹਾਡੀ ਗੱਲ ਨੂੰ ਹੋਰ ਜ਼ੋਰ ਨਾਲ ਕਹਾਂਗਾ। ਉਹਦਾ ਰੀਜ਼ਨ ਹੈਗਾ, ਦੇਖੋ ਜਿਹੜੀ ਸਿੱਖੀ ਕੀ ਆ, ਬੇਸਿਕ ਗੱਲ ਜੇ ਆਪਾਂ ਕਰੀਏ, ਸਿੱਖੀ ਸਿੱਖਿਆ ਗੁਰ ਵਿਚਾਰ ਸੀ। ਹੁਣ ਜੇ ਗੁਰੂ ਦੀ ਵਿਚਾਰ ਹੀ ਉਹਦੇ 'ਚ ਨਹੀਂ ਆਈ, ਜੇ ਉਹੀ ਨਹੀਂ ਸਿੱਖੀ ਗਈ, ਤਾਂ ਫਿਰ ਸਿੱਖੀ ਜਾਂ ਜਿਹਨੂੰ ਸਿੱਖਿਜ਼ਮ ਅੱਜ ਕੱਲ੍ਹ ਪੋਪੂਲਰਲੀ ਕਹਿਣ ਲੱਗੇ ਉਹ ਕੀ ਰਹੂਗਾ। ਗੁਰੂ ਦੀ ਵਿਚਾਰ ਤਾਂ ਬੜੀ ਕਲੀਅਰ ਆ, ਐਜ਼ ਫਾਰ ਐਜ਼ ਆਈ ਨੋ, ਅਤੇ ਮੇਰੀ ਅਜੇ ਬਹੁਤ ਸਟੱਡੀ ਕਰਨ ਵਾਲੀ ਬਾਕੀ ਹੈ, ਐਕਸਪੀਰੀਅੰਸ ਵੀ ਇੰਨਾ ਜ਼ਿਆਦਾ ਨਹੀਂ ਹੈਗਾ। ਬਟ ਸਿੱਖੀ ਇਜ਼ ਦਾ ਓਨਲੀ ਕੋਟ ਅਨਕੋਟ ਰਿਲੀਜਨ। ਵੈਸੇ ਉਹਨੂੰ ਪੂਰਾ ਰਿਲੀਜਨ ਕਹਿਣਾ ਵੀ ਠੀਕ ਨਹੀਂ ਧਰਮ ਦੇ ਲੈਵਲ 'ਤੇ, ਕਿਉਂਕਿ ਉਹ ਵੀ ਪੂਰੀ ਲਾਈ ਚੜ੍ਹ ਰਹੀ ਆ। ਬਟ ਇੱਕੋ ਹੀ ਇੱਕ ਨਿਵੇਕਲਾਪਣ ਇਹ ਮੈਂ ਮੰਨਦਾ ਕਿ ਉਹ ਇਹ ਹੈਗਾ ਕਿ ਅਸੀਂ ਸਾਰੇ ਹੀ ਡਿਵਾਈਨ ਆ। ਅਸੀਂ ਕਿਸੇ ਪ੍ਰੋਡਕਟ ਆਫ ਸਿਨ ਨਹੀਂ ਹੈ, ਅਸੀਂ ਤਾਂ ਡਿਵਾਈਨ ਗਿਫਟ ਹਾਂ, ਮਤਲਬ ਉਹਦੇ ਪਰਮਾਤਮਾ ਦਾ ਅੰਸ਼ ਹਾਂ। ਸਿਰਫ ਮੈਸੇਂਜਰ ਅੰਸ਼ ਨਹੀਂ ਆ, ਜਿਹੜੇ ਪ੍ਰੋਫਿਟ ਜਾਂ ਪੈਗੰਬਰ ਜਾਂ ਗੁਰੂ ਜਾਂ ਅਵਤਾਰ ਆਉਂਦੇ ਨੇ, ਅਸੀਂ ਸਾਰੇ ਹੀ ਉਹਦਾ ਅੰਸ਼ ਹਾਂ। ਅਤੇ ਜੇ ਅੱਜ ਦੇ ਅੰਕੜਿਆਂ ਹਿਸਾਬ ਦੇਖੀਏ, ਆਲਮੋਸਟ 8 ਬਿਲੀਅਨ ਪਾਪੂਲੇਸ਼ਨ ਆ, ਸਾਰੇ 8 ਬਿਲੀਅਨ, ਤੁਹਾਡਾ ਕੀ ਸੈਕਸ਼ੁਅਲਿਟੀ ਆ, ਤੁਹਾਡਾ ਕੀ ਰੇਸ ਆ, ਤੁਹਾਡਾ ਕੀ ਜੈਂਡਰ ਆ, ਰਿਗਾਰਡਲੈਸ ਆਫ ਦੈਟ, ਤੁਸੀਂ ਰੱਬ ਨੂੰ ਮੰਨਦੇ ਹੋ ਨਹੀਂ ਮੰਨਦੇ, ਰਿਗਾਰਡਲੈਸ ਆਫ ਦੈਟ, ਸਾਰੇ ਹੀ ਉਹਦਾ ਅੰਸ਼ ਆ। ਸਿੱਖੀ ਤਾਂ ਇੱਥੇ ਖੜੀ ਸੀ। ਨਿਵੇਕਲਾਪਣ ਸਿੱਖੀ ਦਾ ਇਹ ਸੀ ਕਿ ਇਸ ਚੀਜ਼ ਨੂੰ ਐਸਟੈਬਲਿਸ਼ ਕਰਨ ਲਈ ਅਸੀਂ ਸਪਿਰਿਚੁਅਲੀ, ਪੋਲੀਟੀਕਲੀ, ਸੋਸ਼ਲੀ, ਇਕਨੋਮਿਕਲੀ ਆਰਗੇਨਾਈਜ਼ ਹੋਏ ਸੀ। ਅਸੀਂ ਆਰਗੇਨਾਈਜੇਸ਼ਨ ਵਾਲੇ ਪਾਰਟ ਨੂੰ, ਜਿਹਨੂੰ ਅਸੀਂ ਆਰਗੇਨਾਈਜ਼ ਰਿਲੀਜਨ ਵੀ ਕਹਿ ਸਕਦੇ ਹਾਂ, ਜਿਹੜਾ ਖਾਲਸਾ ਨੇ ਇੱਕ ਆਰਡਰ ਸ਼ੁਰੂ ਕੀਤਾ ਸੀ, ਉੱਥੇ ਜਿਹੜਾ ਇਹ ਅੰਸ਼ ਨਾਲ ਪਿਆ ਸਾਡੀ ਸਾਈਕੀ 'ਚ, ਬਟ ਉਹਨੂੰ ਬਾਹਰ ਉਭਾਰਿਆ ਨਹੀਂ ਜਾ ਰਿਹਾ ਇੰਨਾ। ਪਰ ਪ੍ਰੋਬਲਮ ਹੈ ਵੀ ਇਹਨੂੰ ਉਭਾਰੇ ਕੌਣ, ਕਿਉਂਕਿ ਇਹ ਤੇ ਇਸ ਵੇਲੇ ਗੱਲ ਕਰਨਾ ਵੀ ਇੱਕ ਕਿਸਮ ਦਾ ਜੋਖਮ ਵਾਲੀ ਗੱਲ ਬਣ ਜਾਂਦੀ ਹੈ ਕਿ ਸਾਰੇ ਦਾ ਸਾਰਾ ਜ਼ੋਰ ਪੋਲੀਟੀਕਲ ਆਈਡੈਂਟੀਟੀ 'ਤੇ ਹੋ ਗਿਆ, ਜਦ ਕਿ ਜਿਹੜੀ ਸਿੱਖੀ ਹੈ ਤੇ ਬੇਸਿਕਲੀ ਤੇ ਇੱਕ ਸਪਿਰਿਚੁਅਲ ਮੂਵਮੈਂਟ ਸੀ, ਜਿਹੜੀ ਅੰਦਰੋਂ ਇਨਸਾਨ ਨੂੰ ਬਦਲਣਾ, ਉਹਦੀ ਬਜਾਏ ਪੋਲੀਟੀਕਲ ਆਈਡੈਂਟੀਟੀ 'ਤੇ ਜ਼ਿਆਦਾ ਜ਼ੋਰ ਹੋ ਗਿਆ। ਤੁਸੀਂ ਇਹ ਗੱਲ ਕਰ ਰਹੇ ਹੋ, ਮੈਂ ਇਸ ਕਰਕੇ ਹੱਸ ਪਿਆ। ਅੱਜ ਨਾ ਮੈਂ ਸਵੇਰੇ ਹੁਕਮ ਪੜ੍ਹਿਆ, ਮੇਰਾ ਆਪਣਾ ਇੱਕ ਪਰਸਨਲ ਡਿਸਿਪਲਿਨ ਆ, ਉੱਥੇ ਇੱਕ ਲਾਈਨ ਆ ਗਈ ਦਰਬਾਰ ਸਾਹਿਬ ਦੇ ਹੁਕਮ ਤੋਂ ਕਿ ਆਪੇ ਪ੍ਰਵਿਰਤ, ਆਪੇ ਨਿਰਵਿਰਤ, ਆਪੇ ਅਕਥ ਕਥੈ। ਇਹ ਪ੍ਰਵਿਰਤੀ ਨਿਰਵਿਰਤੀ ਇਸ ਤਰ੍ਹਾਂ ਦੀ ਗੱਲ ਸੀ ਕਿ ਅੰਦਰੋਂ ਲਈ ਆ ਕਿ ਬਾਹਰ ਲਈ ਆ, ਵਰਲਡ ਤੋਂ ਡਿਟੈਚ ਹੋ ਕੇ ਜੀਣਾ ਜਾਂ ਵਰਲਡ ਦੇ ਵਿੱਚ ਜਾ ਕੇ ਐਕਸ਼ਨ ਓਰੀਐਂਟਡ ਜੀਣਾ। ਐਕਚੁਅਲੀ ਇਹ ਸਾਡਾ ਟਰਮ ਨਹੀਂ ਹੈ। ਸਪਿਰਿਚੁਅਲਿਟੀ ਵੀ, ਅਧਿਆਤਮ ਵਰਡ ਸਪਿਰਿਚੁਅਲ ਵਰਡ ਲਈ ਯੂਜ਼ ਹੁੰਦਾ ਨਾ ਪੰਜਾਬੀ ਵਿੱਚ ਵੀ, ਸਾਡਾ ਵਰਡ ਹੀ ਨਹੀਂ। ਐਕਚੁਅਲੀ ਗੁਰਬਾਣੀ ਵਿੱਚ ਹੈਗਾ ਕਿ ਅਸੀਂ ਅੰਦਰੋਂ ਬਾਹਰੋਂ ਹੋਣਾ। ਹੋ ਕੀ ਗਿਆ ਕਿ ਸਮਝਣ ਲਈ ਕਈ ਵਾਰੀ ਕਹਿ ਦਿੰਦੇ ਆ ਇਨਰ ਵਰਡ ਹੋਣਾ ਜਾਂ ਆਊਟਵਰਡ ਹੋਣਾ, ਨਹੀਂ ਹੈ ਸਾਡੇ ਲਈ। ਇਹ ਡਾਇਕੋਟਮੀ ਹੈ ਨਹੀਂ, ਇਹ ਯੋਗਾ ਸੂਤਰਸ ਦੀ ਇੱਕ ਡਾਇਕੋਟਮੀ ਆ, ਜਾਂ ਸਕੇਪਿਜ਼ਮ ਦੀ ਥਿਓਰੀਜ਼ ਵਿੱਚੋਂ ਇਹ ਡਾਇਕੋਟਮੀ ਆਉਂਦੀ ਆ। ਸੋ ਬਟ ਤੁਹਾਡੀ ਮੈਂ ਸਪਿਰਿਟ ਨੂੰ ਵਿੱਚ ਗੱਲ ਲਵਾਂ, ਐਬਸੋਲੂਟਲੀ ਇਹ ਕੰਮ ਬਣਦਾ ਹੈਗਾ ਹਰ ਉਹਦਾ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਮੈਂ ਸਿੱਖੀ ਦੀ ਗੱਲ ਕਰ ਰਿਹਾ। ਸਪੈਸ਼ਲੀ ਜਿਹੜੇ ਸਿੱਖੀ ਦੇ ਸਕਾਲਰਸ ਨੇ, ਜਿਹੜੇ ਉਹਦੇ ਵਿਦਵਾਨ ਆਪਣੇ ਆਪ ਨੂੰ ਖਾ ਰਹੇ ਨੇ, ਪ੍ਰਚਾਰਕ ਖਾ ਰਹੇ ਨੇ, ਉਹਨਾਂ ਨੂੰ ਇਸ ਗੱਲ ਵੱਲ ਜ਼ਿਆਦਾ ਜੋੜਨ ਦੀ ਲੋੜ ਆ ਕਿ ਅਸੀਂ ਜਿਹੜੀ ਵੋਕੈਬਲਰੀ ਯੂਜ਼ ਕਰ ਰਹੇ ਹਾਂ, ਕਿਸੇ ਵੀ ਭਾਸ਼ਾ ਦੀ ਹੋਵੇ, ਪੰਜਾਬੀ ਵਿੱਚ ਜੇ ਗੱਲ ਕਰਨੀ ਆ, ਸਾਡੀ ਅਪਮਾਨਜਨਕ ਥੋੜ੍ਹੀ ਹੋਣੀ ਚਾਹੀਦੀ ਆ। ਗੁਰਬਾਣੀ ਦੇ ਵਿੱਚੋਂ ਸਾਨੂੰ ਇਹ ਆਈਡੀਆ ਮਿਲਿਆ ਕਿ ਆਵਾਮ ਨੂੰ ਜਦ ਗੁਰੂ ਸਾਹਿਬਾਨ ਜਾਂ ਭਗਤ ਜਨ ਲਿਖ ਰਹੇ ਨੇ, ਉਹ ਤਾਂ ਸਾਰਿਆਂ ਨੂੰ ਕਹਿੰਦੇ ਨੇ ਸੰਤ ਜਨੋ। ਅਸੀਂ ਸੰਤ ਉਹਨੂੰ ਬਣਾ ਲਿਆ ਜਿਹੜਾ ਦੇਖਣ ਨੂੰ ਇੱਕ ਪਰਟੀਕੂਲਰ ਕਿਸਮ ਦਾ ਲੱਗ ਰਿਹਾ। ਤਾਂ ਸਾਡੇ ਸਾਹਮਣੇ ਆ ਹਿੰਦੁਸਤਾਨ ਦੇ ਅੰਕੜੇ ਵੀ, ਪੂਰੇ ਹਿੰਦੁਸਤਾਨ ਦੇ, ਕਿ ਜਿਹੜੇ ਗੌਡਮੈਨ ਨੇ ਕੋਟ ਅਨਕੋਟ, ਉਹ ਤਾਂ ਰੇਪਿਸਟ ਤਿੱਕਰ ਖੜੇ ਹੋਏ ਨੇ, ਉਹ ਤਾਂ ਪੋਲੀਟੀਕਲੀ ਅਲਾਈਨਡ ਨੇ ਲੋਕਾਂ ਨੂੰ ਵਰਤਣ ਲਈ। ਗੁਰਬਾਣੀ ਵਿੱਚ ਸੰਤ ਵਰਡ ਨਾ ਸੱਤ ਤੋਂ ਆ ਰਿਹਾ, ਸਿੱਖੀ ਵਿੱਚ ਵੀ ਆ ਰਿਹਾ। ਸੋ ਅਸੀਂ ਜੇ ਉਹ ਦੇਖਾਂਗੇ, ਉਹ ਹੁੰਦਾ ਜਿਹੜਾ ਸੱਤ ਨੂੰ ਜੀ ਰਿਹਾ। ਸੋ ਸਾਨੂੰ ਲੋੜ ਹੈ ਕਿ ਸੱਤ ਨੂੰ ਜੀਣ ਵਾਲਿਆਂ ਦੀ ਗੱਲ ਦੇ ਵਿੱਚ ਇਹ ਗੱਲ ਦੇਖੀਏ। ਜੇ ਉਹਨਾਂ ਦੇ ਵਿੱਚ ਇਹ ਗੱਲ ਨਹੀਂ ਆ, ਜੇ ਉਹ ਡਿਸਕ੍ਰਿਮੀਨੇਟ ਕਰਕੇ ਲੋਕਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਫਿਰ ਸੰਤ ਕਿੱਥੋਂ ਹੋ ਗਏ। ਤੇ ਇੱਕ ਬੜਾ ਕਾਮਨ ਹੋਰ ਜਿਹੜਾ ਇਹ ਇੱਕ ਪ੍ਰੈਕਟਿਸ ਹੈ, ਜਿਹੜੇ ਆਪਣੇ ਪ੍ਰਚਾਰਕ ਨੇ, ਢਾਡੀ ਨੇ, ਕਥਾਕਾਰ ਨੇ, ਲਿਖਣ ਵਾਲੇ ਨੇ, ਹਾਂਜੀ, ਕਿ ਜਦੋਂ ਉਹ ਦੂਸਰੇ ਧਰਮਾਂ ਦੀ ਗੱਲ ਕਰਦੇ ਨੇ, ਉਹਨਾਂ ਧਰਮਾਂ 'ਚ ਉਹਨਾਂ ਦਾ ਫੇਥ ਹੋ ਸਕਦਾ, ਉਹਨਾਂ ਦੇ ਫੇਥ ਨਾਲ ਜੁੜੇ ਵਹਿਮ ਭਰਮ ਵੀ ਹੋ ਸਕਦੇ ਨੇ। ਉਹ ਗੱਲਾਂ ਹੋ ਸਕਦਾ ਸਾਇੰਟੀਫਿਕਲੀ ਤੁਹਾਨੂੰ ਅੱਜ ਨਾ ਸਹੀ ਲੱਗਦੀਆਂ ਹੋਣ, ਜਾਂ
ਜਿਹੜਾ ਕਿਸੇ ਵੀ ਤਰ੍ਹਾਂ ਦਾ ਕੋਈ ਲੌਜਿਕ ਹੈ ਉਹਦੇ ਹਿਸਾਬ ਨਾਲ ਉਹ ਤੁਹਾਡੇ ਫਿੱਟ ਨਾ ਆਉਂਦੀਆਂ ਹੋਣ, ਪਰ ਉਹਨੂੰ ਸਹਿਜ ਸੁਭਾਅ ਹੀ ਇੱਦਾਂ ਕਰਦੇ ਨੇ ਕਿ ਜਿਹੜਾ ਦੂਸਰੇ ਦੀਆਂ ਜਿਹੜੀਆਂ ਸੈਂਟੀਮੈਂਟਸ ਨੇ, ਕਿਸੇ ਦੂਸਰੇ ਫੇਥ ਵਾਲੇ ਦੀਆਂ, ਉਹ ਹਰਟ ਹੁੰਦੀਆਂ ਨੇ, ਇਸ ਗੱਲ ਦਾ ਬਿਲਕੁਲ ਉਹ ਪਰਵਾਹ ਨਹੀਂ ਕਰਦੇ। ਜਿਵੇਂ ਜਿਹੜੀਆਂ ਇੰਡੀਆ ਦਾ ਜਿਹੜਾ ਸਨਾਤਨ ਧਰਮ ਦੀਆਂ ਬਹੁਤ ਸਾਰੀਆਂ ਰਹੁ ਰੀਤਾਂ ਨੇ, ਉਹਨਾਂ ਨੂੰ ਕ੍ਰਿਟੀਸਾਈਜ਼ ਕਰਦਿਆਂ ਮਤਲਬ ਇੱਕ ਪੂਰੇ ਦੇ ਪੂਰੇ ਫੇਥ ਸਿਸਟਮ ਨੂੰ ਉਹ ਹਰਟ ਕਰਦੇ ਨੇ। ਇਹ ਗੱਲ ਬਾਰੇ ਸੋਚਦੇ ਨਹੀਂ ਉਹ ਬਿਲਕੁਲ। ਇਹਦੇ ਨਾਲ ਦੋ ਲੈਵਲ ਤੇ ਸਾਨੂੰ ਦੇਖਣ ਦੀ ਲੋੜ ਆ। ਜਿੱਥੇ ਤਾਂ ਇਹ ਪਰਸਨਲੀ ਕੀਤਾ ਜਾ ਰਿਹਾ ਤਾਂ ਟੋਟਲੀ ਗਲਤ ਆ। ਗੁਰੂ ਸਾਹਿਬਾਨ ਨੇ ਆਪਣੀ ਬਾਣੀਆਂ ਵਿੱਚ ਤੇ ਭਗਤਾਂ ਨੇ ਵੀ ਆਪਣੀ ਬਾਣੀਆਂ ਵਿੱਚ ਜਿਹੜਾ ਉਹਦਾ ਆਰਗੇਨਾਈਜ਼ ਇੱਕ ਗਲਤ ਰੂਪ ਸੀ, ਜਿਹੜਾ ਲੋਕਾਂ ਨੂੰ ਗੁਲਾਮ ਬਣਾ ਰਿਹਾ ਸੀ, ਉਹਨੂੰ ਪੂਰਾ ਕ੍ਰਿਟੀਕ ਕੀਤਾ। ਬਟ ਜਦ ਕੋਈ ਪਰਸਨਲੀ, ਜਿਵੇਂ ਦੇਖੋ ਸਭ ਤੋਂ ਜ਼ਿਆਦਾ ਆਪਾਂ ਰਿਲੀਜੀਓਸਿਟੀ ਨੂੰ ਇੱਕ ਸੈਕਿੰਡ ਲਈ ਬਾਹਰ ਕੱਢ ਦਈਏ, ਜਦ ਲੋਕਾਂ ਦਾ ਵਿਆਹ ਹੁੰਦਾ ਨਾ, ਲਾਵਾਂ ਪੜੀਆਂ ਜਾਂਦੀਆਂ, ਮੈਂ ਉਹਦਾ ਸਿੰਪਲ ਐਗਜ਼ਾਮਪਲ ਲੈ ਲੈਂਦਾ। ਉਹ ਲਾਵਾਂ ਵਿੱਚ ਵੀ ਕਹਿੰਦੇ ਨੇ ਕਿ ਬਾਣੀ ਬ੍ਰਹਮਾ ਵੇਦ, ਕਿ ਜਿਵੇਂ ਵੇਦ ਨੇ ਤੇ ਬ੍ਰਹਮਾ ਹੈਗਾ, ਉੱਦਾਂ ਸਾਡੇ ਲਈ ਬਾਣੀ ਆ। ਉਹ ਇਸ ਤਰ੍ਹਾਂ ਸਮਝਾਉਣ ਦਾ ਤਰੀਕਾ ਕਿ ਬਈ ਉਹਨਾਂ ਲਈ ਬ੍ਰਹਮਾ ਬਹੁਤ ਇੰਪੋਰਟੈਂਟ ਆ ਤੇ ਹੋਰਾਂ ਲਈ ਵੇਦ ਬੜੇ ਇੰਪੋਰਟੈਂਟ ਨੇ। ਤੇ ਅੱਗੇ ਜਾ ਕੇ ਕਿ ਸਿਮਰਤੀਆਂ ਨੇ ਜਿਵੇਂ ਨਾਮ ਦ੍ਰਿੜਾਇਆ, ਅਸੀਂ ਤਾਂ ਉਹ ਦ੍ਰਿੜਾਉਣਾ ਤੇ ਕਿਸੇ ਲਈ ਕੋਈ ਹੋਰ ਸਿਮਰਤੀ ਇੰਪੋਰਟੈਂਟ ਹੋਣੀ ਆ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਸਾਰਿਆਂ ਦਾ ਖੰਡਨ ਕਰ ਰਹੇ ਹਾਂ। ਇੱਥੇ ਦੱਸਿਆ ਜਾ ਰਿਹਾ ਕਿ ਜਿਹੜਾ ਸੀਕਰ ਹੈਗਾ, ਜਿਹਨੇ ਇੱਕ ਓਂਕਾਰ ਨਾਲ ਆਪਣਾ ਰਿਸ਼ਤਾ ਬਣਾਉਣਾ, ਉਹ ਆਪਣੀ ਸਿਮਰਤੀ ਤੇ ਆਪਣਾ ਬ੍ਰਹਮਾ ਤੇ ਆਪਣਾ ਵੇਦ ਇਹ ਬਣਾਉਣ। ਇਹ ਹੈਗਾ ਸੀ ਐਕਚੁਅਲੀ ਤਰੀਕਾ ਗੱਲ ਕਰਨ ਦਾ ਪਿਆਰ ਦੀ ਭਾਸ਼ਾ ਦੇ ਵਿੱਚ। ਬਟ ਹੋ ਇਹ ਰਿਹਾ ਕਿਉਂਕਿ ਅਸੀਂ ਅਰਲੀਅਰ ਜਿਵੇਂ ਆਪਣੀ ਗੱਲ ਹੋਈ ਨਾ, ਕਿਉਂਕਿ ਅਸੀਂ ਅੰਦਰੋਂ ਸਖਣੇ ਆ, ਸਾਡੀ ਆਪਣੀ ਰਿਲੇਸ਼ਨਸ਼ਿਪ ਤੇ ਡਿਵੈਲਪਮੈਂਟ ਨਹੀਂ ਹੋਇਆ, ਫਿਰ ਅਸੀਂ ਇੱਕ ਇਨਫੀਰੀਅਰਿਟੀ ਜਾਂ ਸੁਪੀਰੀਅਰਿਟੀ ਕੰਪਲੈਕਸ ਆ ਜਾਂਦੇ ਆ। ਤੇ ਦੋਨੋਂ ਕੰਪਲੈਕਸ ਸਾਡੀ ਵੋਕੈਬਲਰੀ, ਸਾਡੀ ਸ਼ਬਦਾਵਲੀ ਬਦਲ ਦਿੰਦੇ ਨੇ ਤੇ ਉਹ ਖੰਡਨ ਤੱਕ ਹੀ ਰਹਿ ਜਾਂਦੀ ਹੈ। ਆਪਾਂ ਹੁਣ ਕਿਉਂਕਿ ਇੱਥੇ ਵੈਸਟਰਨ ਵਰਲਡ ਦੇ ਵਿੱਚ ਇੱਕ ਮਲਟੀਕਲਚਰਲ ਵਰਲਡ 'ਚ ਰਹਿੰਦੇ ਹਾਂ, ਜਿਹਦੇ 'ਚ ਸਾਰੀ ਟ੍ਰੇਨਿੰਗ ਇਹ ਹੈ ਕਿ ਅਸੀਂ ਕਿਵੇਂ ਸਾਰੇ ਜਿਹੜੇ ਵਿਸ਼ਵਾਸ ਨੇ, ਫੀਥ ਨੇ, ਉਹਨਾਂ ਦੀ ਰਿਸਪੈਕਟ ਕਰਨੀ ਹੈ। ਵਰਕ ਪਲੇਸ 'ਤੇ ਵੀ ਕਰਨੀ ਹੈ, ਸਮਾਜ 'ਚ ਵਿਚਰਦਿਆਂ ਵੀ ਕਰਨੀ ਹੈ, ਮੀਡੀਆ 'ਚ ਵੀ ਕਰਨੀ ਹੈ। ਤੇ ਇੱਥੇ ਕਈ ਵਾਰ ਬੜੀ ਐਂਬੈਰਸਿੰਗ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ। ਸਾਡੇ ਬੰਦੇ ਕਿਉਂਕਿ ਇੱਕ ਆਦਤ ਬਣੀ ਹੋਈ ਹੈ ਉਸੇ ਤਰ੍ਹਾਂ ਬੋਲਣ ਦੀ, ਤੇ ਇਸੇ ਤਰ੍ਹਾਂ ਉਹ ਬੋਲ ਜਾਂਦੇ ਨੇ, ਈਵਨ ਵਰਕ ਪਲੇਸ 'ਤੇ ਬੋਲ ਜਾਂਦੇ ਨੇ, ਮੀਡੀਆ 'ਚ ਬੋਲ ਜਾਂਦੇ ਨੇ। ਇਸੇ ਤਰ੍ਹਾਂ ਉਹ ਜਿਹੜਾ ਇੱਥੋਂ ਦੇ ਜਿਹੜੇ ਦੂਸਰੇ ਫੇਥ ਨੇ, ਫਿਰ ਸ਼ਾਇਦ ਇੰਡੀਆ 'ਚ ਜਾਂ ਸਾਊਥ ਏਸ਼ੀਆ 'ਚ ਨਾ ਮਹਿਸੂਸ ਹੁੰਦਾ ਹੋਏ, ਪਰ ਇੱਥੇ ਉਹ ਬੜਾ ਅਟਪਟਾ ਵੀ ਲੱਗਦਾ। ਅਰੇ ਲੋਕ ਇਸ ਗੱਲ ਦੀ ਸ਼ਿਕਾਇਤ ਵੀ ਕਰਦੇ ਆ। ਇੱਥੇ ਮੈਂ ਇਹ ਕਹਾਂਗਾ ਕਿ ਇੱਥੇ ਵਾਲੇ ਵੀ ਇਹ ਬੜਾ ਕਰਦੇ ਨੇ, ਜਿਹੜੇ ਵੈਸਟ ਦੇ ਵੀ ਜੰਪਲ ਨੇ, ਜਿਹੜੇ ਨਹੀਂ ਵੀ ਪੰਜਾਬੀ ਜਾਂ ਸਾਊਥ ਏਸ਼ੀਅਨ ਭਾਈਚਾਰੇ ਦੇ, ਉਹ ਵੀ ਬੜਾ ਊਟ ਪਟਾਂਗ ਬੋਲਦੇ ਨੇ। ਤੁਸੀਂ ਉਹਨਾਂ ਦੀ ਵੋਕੈਬਲਰੀ ਦੇਖੋ, ਈਵਨ ਨੈਸ਼ਨਲ ਮੀਡੀਆ 'ਤੇ ਵੀ ਕੀ ਬੋਲ ਜਾਂਦੇ ਨੇ। ਇਹ ਪ੍ਰੋਬਲਮ ਆ ਹਿਊਮਨ ਸਾਈਕੋਲੋਜੀ ਤੇ ਹਿਊਮਨ ਡਿਮੈਂਸ਼ਨ ਦੀ। ਇਸ ਕਿਉਂਕਿ ਅਸੀਂ ਡਿਵੈਲਪ ਨਹੀਂ ਹੋਏ ਨਾ ਅੰਦਰੋਂ। ਸਿਰਫ ਇਹ ਅਸੀਂ ਗਲਤ ਬੋਲ ਨਹੀਂ ਰਹੇ, ਉਹ ਪਰਫੋਰਮੈਂਸ ਹੋ ਜਾਊਗੀ, ਅਸੀਂ ਗਲਤ ਸੋਚ ਰਹੇ ਹਾਂ। ਇੱਥੇ ਮੈਂ ਦੁਬਾਰਾ ਜੇ ਇੱਕ ਸਿੱਖ ਇੰਸਪੀਰੇਸ਼ਨ ਤੋਂ ਗੱਲ ਕਰਾਂ, ਗੁਰੂ ਨਾਨਕ ਸਾਹਿਬ ਨੇ ਤਾਂ ਇਹ ਕਿਹਾ ਕਿ ਭਾਖਿਆ ਪਾਓ ਅਪਾਰ। ਤਾਂ ਲੈਂਗੁਏਜ ਵਿਚ ਮੈਟਰਸ ਇਜ਼, ਉਹ ਲਵ ਦੀ ਆ। ਸੋ ਉਹ ਲਵ ਦੀ ਲੈਂਗੁਏਜ ਕਿਉਂ ਨਹੀਂ ਅਸੀਂ ਬੋਲ ਪਾ ਰਹੇ? ਗੱਲ ਤਾਂ ਇਹੀ ਆ ਗਈ ਨਾ, ਇਹ ਤਾਂ ਹਿਊਮਨ ਸਾਈਕੋਲੋਜੀ ਦੇ ਆ ਗਿਆ, ਕਿਉਂਕਿ ਸਾਡੇ ਅੰਦਰ ਲਵ ਨਹੀਂ। ਜੇ ਸਾਡੇ ਅੰਦਰ ਪ੍ਰੇਮ ਨਹੀਂ, ਪ੍ਰੀਤ ਨਹੀਂ, ਰਿਸਪੈਕਟ ਕਰਨਾ ਤਾਂ ਇੱਕ ਬੇਸਿਕ ਡਿਮਾਂਡ ਹੈ, ਡਿਗਨਿਟੀ ਐਂਡ ਰਿਸਪੈਕਟ। ਸਾਡਾ ਸਾਰਾ ਸਿੱਖ ਰੈਵੋਲੂਸ਼ਨ ਹੀ ਉਸ ਗੱਲ 'ਤੇ ਖੜਿਆ ਸੀਗਾ। ਇਸੇ ਕਰਕੇ ਪੰਜਾਬ ਦਾ ਹਿੰਦੂ, ਮੁਸਲਮਾਨ, ਸੂਫੀ, ਈਵਨ ਲੈਫਟ ਸੂਫੀ ਹੁਣ ਵੀ ਲਾਹੌਰ ਦੇ ਕਿਉਂ ਸਟੱਡੀ ਕਰਦੇ ਨੇ ਗੁਰਬਾਣੀ ਨੂੰ ਤੇ ਭਾਈ ਗੁਰਦਾਸ ਨੂੰ, ਸੈਯਦ ਨਜਮ ਹੁਸੈਨ ਵਰਗੇ ਵੀ, ਕਿਉਂਕਿ ਉਹ ਕਹਿ ਰਹੇ ਨੇ ਕਿ ਇਸ ਚੀਜ਼ ਨੇ ਇਨਸਪਾਇਰ ਕੀਤਾ ਲੋਕਾਂ ਨੂੰ। ਰਾਈਟ, ਸਾਡੀ ਪ੍ਰੋਬਲਮ ਇਹ ਹੋ ਗਈ, ਅਸੀਂ ਉਹ ਇਨਸਪੀਰੇਸ਼ਨ ਨਹੀਂ ਲੈ ਰਹੇ। ਤੇ ਜਦ ਇਨਸਪੀਰੇਸ਼ਨ ਨਹੀਂ ਹੋਊਗੀ, ਜੇ ਅੰਦਰੋਂ ਹੀ ਸਾਡੀ ਨੀਅਤ ਠੀਕ ਨਹੀਂ, ਫਿਰ ਸਾਡੇ ਵੋਕੈਬਲਰੀ ਵਿੱਚ ਵੀ ਗਲਤ ਚੀਜ਼ਾਂ ਹੀ ਨਿਕਲਣਗੀਆਂ, ਉਹ ਨਿਕਲ ਰਹੀਆਂ ਨੇ। ਦੇਖੋ ਕਈ ਚੀਜ਼ਾਂ ਬੜੀਆਂ ਕਾਮਨ ਨੇ, ਜਿਵੇਂ ਆਮ ਸਾਡੇ ਪ੍ਰਚਾਰਕ ਬੜੇ ਸੰਤ ਵੀ ਬੋਲਦੇ ਨੇ ਕਿ ਜੀ ਉਹ ਘੋਨਾ ਮੋਨਾ। ਹਾਂਜੀ, ਮਤਲਬ ਬੜਾ ਹੀ ਇਨਸਲਟਿੰਗ ਹੈ ਕਿਸੇ ਦੂਸਰੇ ਲਈ। ਦੂਸਰਾ ਘੋਨਾ ਮੋਨਾ ਹੋ ਸਕਦਾ ਕਿਸੇ ਨੇ ਵਾਲ ਕੱਟੇ ਹੋਣ, ਪਰ ਉਹ ਘੋਨਾ ਮੋਨਾ ਕਿਵੇਂ ਹੋ ਗਿਆ? ਹਾਂਜੀ, ਇਹ ਤੁਸੀਂ ਗੱਲ, ਇਹ ਸੈਂਸਿਟਿਵ ਵੀ ਆ ਤੇ ਇਨਸੈਂਸਿਟਿਵ ਵੀ ਆ। ਮੈਂ ਦੋਨੋਂ ਲੈਵਲ ਤੇ ਇਹਨੂੰ ਦੇਖਾਂਗਾ। ਇਹ ਵੋਕੈਬਲਰੀ ਹੈ ਨਹੀਂ ਸਿੱਖਾਂ ਦੀ। ਹੁੰਦਾ ਕੀ ਹੈ ਕਿ ਕਈ ਵਾਰ ਨਾ ਕਈ ਗੱਲਾਂ ਪ੍ਰਚਲਿਤ ਹੋ ਜਾਂਦੀਆਂ ਨੇ ਤੇ ਅਸੀਂ ਕਿਸੇ ਦਾ ਫਨ ਤੇ ਸਾਰਕੈਜ਼ਮ ਕਹਿੰਦੇ ਆ। ਜਦ ਗੁਰਬਾਣੀ ਦੇ ਆਧਾਰ ਤੇ ਜੇ ਅਸੀਂ ਇਸ ਨੂੰ ਗੱਲ ਨੂੰ ਮੰਨਾਂਗੇ ਕਿ ਸਾਰੇ ਹੀ ਉਹਦਾ ਅੰਸ਼ ਨੇ, ਫਿਰ ਬੰਦੇ ਨੇ ਕੇਸ ਰੱਖੇ ਨਹੀਂ ਰੱਖੇ, ਸਿੱਖ ਆ ਗੈਰ ਸਿੱਖ ਆ, ਮੀਟ ਖਾਂਦਾ ਨਹੀਂ ਖਾਂਦਾ, ਇਹ ਇਸ਼ੂ ਤਾਂ ਬਹੁਤ ਛੋਟੇ ਨੇ। ਇਹ ਤਾਂ ਤੁਹਾਡਾ ਆਪਣਾ ਪਰਸਨਲ ਡਿਸਿਪਲਿਨ ਆ, ਜਾਂ ਇਟਸ ਬਿਟਵੀਨ ਯੂ ਐਂਡ ਦ ਡਿਵਾਈਨ ਐਜ਼ ਵੀ ਸੇ, ਹੈ ਨਾ, ਰੱਬ ਤੇ ਤੁਹਾਡੇ ਵਿਚਾਲੇ ਦੀ ਗੱਲ ਆ। ਸੋ ਇਹ ਵੋਕੈਬਲਰੀ ਕਿਉਂ ਆ ਰਹੀ ਹੈ? ਅਗੇਨ ਕਿਉਂਕਿ ਅੰਦਰਲੀਆਂ ਜਿਹੜੀਆਂ ਅੰਡਰਸਟੈਂਡਿੰਗਸ ਨੇ ਉਹ ਬਹੁਤ ਸਖਣੀਆਂ ਨੇ। ਤੇ ਹੁੰਦਾ ਕੀ ਹੈ, ਜਿਹੜਾ ਪ੍ਰੀਚਰ ਕੀ ਕਰਦਾ? ਦੇਖੋ, ਪ੍ਰੀਚਰ ਵਰਡ ਗਲੋਬਲੀ ਇਹੀ ਆ। ਜਿਹੜਾ ਇੱਕ ਐਡਵਾਂਸਡ ਡਿਵੈਲਪਡ ਇੰਡੀਵਿਜੂਅਲ ਹੁੰਦਾ ਨਾ, ਉਹ ਇਸ ਤਰ੍ਹਾਂ ਦੀ ਵੋਕੈਬਲਰੀ ਯੂਜ਼ ਹੀ ਨਹੀਂ ਕਰਦਾ। ਪ੍ਰੀਚਰ ਦਾ ਕੰਮ ਆ ਅਦਰਿੰਗ ਕਰਨੀ। ਉਹ ਸਾਰੇ ਅਦਰਿੰਗ ਕਰ ਰਹੇ ਨੇ, ਉਹਨੂੰ ਅਲੱਗ ਦਿਖਾਉਣਾ ਚਾਹੁੰਦੇ ਨੇ। ਤੇ ਤੁਹਾਡੇ ਵਿੱਚ ਕਿਸੇ ਨੂੰ ਅਲੱਗ ਦਿਖਾਤਾ, ਪੋਲੀਟੀਕਲ ਲੜਾਈ ਵੀ ਇਹੀ ਹੈ, ਉਹਦੇ 'ਚ ਰਿਲੀਜੀਅਸ ਸੈਂਟੀਮੈਂਟ ਇੰਨੇ ਆਉਂਦੇ ਨੇ। ਇਹ ਅਦਰਿੰਗ ਦਾ ਹਿੱਸਾ ਬਣਿਆ ਹੋਇਆ। ਚਾਹੀਦਾ ਤਾਂ ਇਹ ਹੈਗਾ ਕਿ ਅਸੀਂ ਡਿਗਨਿਟੀ ਤੇ ਰਿਸਪੈਕਟ ਹਰੇਕ ਦੀ ਕਾਇਮ ਰੱਖੀਏ, ਈਵਨ ਜਿੱਥੇ ਸਾਡਾ ਕੰਪਲੀਟ ਡਿਸਐਗਰੀਮੈਂਟ ਵੀ ਹੋਵੇ।
ਬਟ ਉਹ ਡਿਮਾਂਡ ਕਰਦਾ ਤੁਹਾਨੂੰ ਆਪਣੀ ਡਿਵੈਲਪਮੈਂਟ ਲੈ ਕੇ ਆਉਣਾ। ਉਸ ਤੋਂ ਬਾਅਦ ਉਹ ਡਿਮਾਂਡ ਕਰਦਾ ਕਿ ਜਿਹੜੇ ਉਸ ਪੋਲੀਟੀਕਲ ਥਿਓਰੀ ਜਾਂ ਰਿਲੀਜੀਅਸ ਥਿਓਰੀਜ਼ ਦੇ ਹਿੱਸੇ ਬਣੇ ਹੋਏ ਨੇ ਉਹ ਆਪਣੇ ਆਪ ਨੂੰ ਥੋੜ੍ਹਾ ਜ਼ਿਆਦਾ ਡਿਵੈਲਪ ਕਰਨ। ਬਟ ਉਹਦੇ ਨਾਲ ਤੁਹਾਨੂੰ ਪਤਾ ਫਿਰ ਵੋਟ ਬੈਂਕ 'ਤੇ ਫਰਕ ਪੈਂਦਾ, ਫੰਡਿੰਗ 'ਤੇ ਫਰਕ ਪੈਂਦਾ। ਇੱਕ ਹੋਰ ਇਸੇ ਤਰ੍ਹਾਂ ਟਰਮ ਯੂਜ਼ ਕੀਤੀ ਜਾਂਦੀ ਹੈ ਔਰ ਬੜੀ ਇੱਕ ਕਿਸਮ ਦੀ ਇਹ ਪ੍ਰਵਾਨਿਤ ਟਰਮ ਬਣ ਗਈ ਹੈ ਹਾਂਜੀ ਸਿੱਖ ਹਲਕਿਆਂ 'ਚ ਹੈਗੀ ਪਤਿਤ। ਹਾਂਜੀ ਮਤਲਬ ਜੇ ਕਿਸੇ ਨੇ ਵਾਲ ਕੱਟੇ ਨੇ ਪਤਿਤ ਕਿਵੇਂ ਹੋ ਗਿਆ? ਹਾਂਜੀ, ਇਹ ਤੁਸੀਂ ਸਵਾਲ ਉਠਾ ਲਿਆ। ਇਹ ਗੱਲ ਨਾ ਤੁਸੀਂ ਬਿਲੀਵ ਨਹੀਂ ਕਰੋਗੇ, 97 ਦੇ ਵਿੱਚ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ ਵਿੱਚ ਲੈ ਕੇ ਗਿਆ। ਜਦ ਮੈਂ ਨਵਾਂ ਜੇ ਸਿੱਖ ਫੀਲਡ ਵਿੱਚ ਵਿਚਰਨਾ ਸ਼ੁਰੂ ਕੀਤਾ ਸੀ, ਅਜੇ ਮੈਂ ਐਰੋਸਪੇਸ ਛੱਡ ਕੇ ਸਿੱਖ ਤੇ ਪੰਜਾਬ ਦੇ ਸਮਝਣ ਵੱਲ ਤੁਰਿਆ ਸੀ, ਅਤੇ ਮੈਂ ਉਹਨਾਂ ਨੂੰ, ਮੈਨੂੰ ਯਾਦ ਹੈ ਡਾਕਟਰ ਖੜਕ ਸਿੰਘ ਉਸ ਵੇਲੇ ਉੱਥੇ ਦੇ ਹੈੱਡ ਸੀ, ਉਹਨਾਂ ਨੇ ਕੈਂਪੇਨ ਪੰਜਾਬ ਚਲਾਈ ਕਿ ਪਤਤਪੁਣਾ ਬੰਦ ਕਰਾਉਣਾ। ਅਤੇ ਮੈਂ ਉਹਨਾਂ ਨੂੰ ਬੜਾ ਸਿੰਪਲ ਸਵਾਲ ਪੁੱਛਿਆ, ਮੈਂ ਕਿਹਾ ਜੀ ਮੈਨੂੰ ਬਹੁਤ ਘੱਟ ਸਮਝ ਆ, ਪਤਿਤ ਨੂੰ ਇੰਗਲਿਸ਼ ਤੁਸੀਂ ਅਪੋਸਟੇਟ ਲਿਖੀ ਜਾ ਰਹੇ ਹੋ, ਇਹ ਤਾਂ ਉਹ ਹੁੰਦਾ ਜਿਹੜਾ ਪ੍ਰੋਮਿਸ ਦੇ ਕੇ ਤੋੜ ਦੇਵੇ, ਅਤੇ ਜਿਹਨੇ ਜੇ ਪ੍ਰੋਮਿਸ ਹੀ ਦਿੱਤਾ ਤੁਸੀਂ ਉਹਨੂੰ ਅਪੋਸਟੇਟ ਕਹਿ ਰਹੇ ਹੋ, ਇਹ ਤਾਂ ਬਿਲਕੁਲ ਗਲਤ ਆ। ਅਤੇ ਦੂਸਰੀ ਗੱਲ, ਜਿਹੜਾ ਪ੍ਰੋਮਿਸ ਦੇ ਚੁੱਕਿਆ ਤੇ ਪੁੱਠੇ ਕੰਮ ਕਰ ਰਿਹਾ ਉਹਨਾਂ ਦੀ ਕੋਈ ਅਕਾਊਂਟੇਬਿਲਿਟੀ ਨਹੀਂ। ਅਸਲ ਪਤਿਤ ਤਾਂ ਉਹ ਹੋਏ ਜਿਨ੍ਹਾਂ ਨੇ ਸਾਰਾ ਬਾਣਾ ਪਹਿਨਿਆ ਹੋਇਆ ਤੇ ਕੰਮ ਪੁੱਠੇ ਕਰਦੇ ਨੇ। ਹਾਂ, ਤੇ ਜਿਨ੍ਹਾਂ ਨੇ ਗੁਰੂ ਨਾਲ ਆਪਣਾ ਪ੍ਰੋਮਿਸ ਤੋੜਤਾ। ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਉਹ ਇੱਕ ਹਿੱਸਾ ਪ੍ਰੋਮਿਸ ਦਾ ਉਹ ਵੀ ਆ। ਸਿਰਫ ਉਹੀ ਨਹੀਂ ਕਿ ਪੰਥਿਕ ਰਿਸਪੌਂਸਿਬਿਲਿਟੀ ਕੀ ਹੈ, ਇੱਕ ਸਾਡੀ ਪਰਸਨਲ ਰਿਸਪੌਂਸਿਬਿਲਿਟੀ ਵੀ ਹੈ ਗੁਰੂ ਨੂੰ। ਸੋ ਐਕਚੁਅਲੀ ਇਹ ਵਰਡ ਬੜਾ ਗਲਤ ਯੂਜ਼ ਹੋ ਰਿਹਾ। ਗੁਰਬਾਣੀ 'ਚ ਲਫ਼ਜ਼ ਆਉਂਦਾ ਉੱਥੇ ਬੜਾ ਕਲੀਅਰ ਆ। ਇਹਦੀ ਜੇ ਤੁਸੀਂ ਐਟਮੋਲੋਜੀ ਜਾਂ ਨਿਰੁਕਤੀ ਦੇਖੋ ਨਾ, ਉਹ ਆਉਂਦਾ ਫੋਲਨ, ਜਿਹੜਾ ਡਿੱਗ ਪਿਆ। ਹੁਣ ਆਪਾਂ ਸਾਰੇ ਹੀ ਡਿੱਗ ਰਹੇ ਹਾਂ। ਸਿੱਖੀ ਦੀ ਜਿਹੜੀ ਸਟੋਰੀ ਪਾਵਰਫੁਲ ਨੈਰੇਟਿਵ ਸੀ ਨਾ, ਜਿਹੜੇ ਡਿੱਗੇ ਹੋਏ ਸੀ ਉਹਨਾਂ ਨੂੰ ਕਿਵੇਂ ਤੁਰਨਾ ਸਿਖਾਉਣਾ। ਐਕਚੁਅਲੀ ਅਸੀਂ ਜਨਰਲਸ ਉਹਦਾ ਮੀਨਿੰਗ ਲਵਾਂਗੇ, ਉਹ ਬੈਟਰ ਹੈਗਾ। ਅਸੀਂ ਸਾਰੇ ਹੀ ਡਿੱਗਦੇ ਹਾਂ, ਡਿੱਗ ਕੇ ਤੁਰਨਾ ਕਿਵੇਂ, ਇਹਦੇ ਵੱਲ ਜਾਣਾ ਸੀ। ਜਿਹੜਾ ਆਰਗੇਨਾਈਜ਼ ਪਾਰਟ ਆ ਸਿੱਖੀ ਦਾ, ਜਿਹਨੂੰ ਖਾਲਸਾ ਆਰਡਰ ਕਿਹਾ ਜਾਂਦਾ, ਉਹਦੇ ਵਿੱਚ ਡਿੱਗਿਆ ਹੋਇਆ ਉਹ ਮੰਨਿਆ ਜਾਂਦਾ ਸੀ ਜਿਹੜਾ ਗੁਰੂ ਨੂੰ ਪ੍ਰੋਮਿਸ ਤੋੜ ਦਿੰਦਾ ਸੀ। ਤੇ ਜਿਹਨਾਂ ਜੇ ਦਿੱਤਾ ਨਹੀਂ, ਅਸੀਂ ਉਹਨੂੰ ਨੂੰ ਹੀ ਤੰਗ ਕਰਨਾ ਚਾਹੀਦਾ। ਉਹ ਤਾਂ ਆਵਾਮ ਹੈਗਾ, ਜਿਵੇਂ ਗੁਰੂ ਨਾਲੇ ਜਿਹਨੇ ਤੋੜਿਆ ਵੀ ਆ ਤੇ ਗੁਰੂ ਤੇ ਉਹਦੇ ਵਿਚਾਲੇ ਆ, ਬਾਕੀਆਂ ਨੇ ਕੀ ਠੇਕਾ ਲਿਆ ਇਹਦਾ? ਹਾਂ, ਨਹੀਂ, ਉਹ ਠੇਕੇ ਦੀ ਗੱਲ ਇਹਦੇ 'ਚ ਆਪਾਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਪੂਰੀ, ਹਾਂਜੀ, ਕਿਉਂਕਿ ਦੇਖੋ ਕਿਸੇ ਵੀ ਸੰਸਥਾ ਦੇ ਨਿਯਮ ਹੁੰਦੇ ਨੇ। ਹਾਂਜੀ, ਉਹ ਨਿਯਮਾਂ ਦੇ ਵਿੱਚ ਜੇ ਕੋਈ ਤੋੜਦਾ ਹੈਗਾ ਉਹਦੇ ਬਾਰੇ ਫਿਰ ਅਕਾਊਂਟੇਬਿਲਿਟੀਜ਼ ਹੁੰਦੀਆਂ। ਜੇ ਅਸੀਂ ਉਹਨੂੰ ਇਸ ਲੈਵਲ 'ਤੇ ਸਮਝਾਂਗੇ, ਉਹ ਅਕਾਊਂਟੇਬਿਲਿਟੀਜ਼ ਉਹ ਮਿਸਿੰਗ ਨੇ। ਕਿਉਂਕਿ ਜੇ ਤੁਸੀਂ ਵੱਡੀ ਅਕਾਊਂਟੇਬਿਲਿਟੀ ਮਿਸਿੰਗ ਕਰ ਦਿੰਦੇ ਹੋ, ਫਿਰ ਪ੍ਰੀਚਿੰਗ ਲੈਵਲ 'ਤੇ ਲੈ ਆਉਂਦੇ ਹੋ, ਫਿਰ ਤੁਸੀਂ ਆਮ ਬੰਦੇ ਨੂੰ ਤੰਗ ਕਰਦੇ ਹੋ। ਜਿਹੜਾ ਤੁਹਾਡਾ ਮੁੱਢਲਾ ਸਵਾਲ ਸੀ ਉਹ ਇੱਧਰ ਵੱਲ ਸੀ। ਤੇ ਇਹ ਫਿਰ ਜਿਵੇਂ ਹੁਣ ਆਪਾਂ ਹੋਰ ਬਹੁਤ ਸਾਰੀਆਂ ਚੀਜ਼ਾਂ 'ਤੇ ਡਿਵੈਲਪ ਕੀਤਾ, ਜਿਵੇਂ ਡਿਸੇਬਲ ਲੋਕਾਂ ਬਾਰੇ ਆਪਾਂ ਪਹਿਲਾਂ ਕੁਝ ਟਰਮ ਯੂਜ਼ ਕਰਦੇ ਸੀ, ਹਾਂਜੀ, ਪਰ ਅੱਜ ਦੇ ਯੁੱਗ 'ਚ ਆਪਾਂ ਉਹਨਾਂ ਨੂੰ ਚੇਂਜ ਕੀਤਾ। ਹਾਂਜੀ, ਆਪਾਂ ਉਹਨੂੰ ਈਵਨ ਡਿਸੇਬਲ ਵੀ ਨਹੀਂ ਕਹਿੰਦੇ, ਡਿਫਰੈਂਟਲੀ ਏਬਲ ਕਹਿੰਦੇ ਆ। ਜਾਂ ਇੰਡੀਆ 'ਚ ਵੀ ਲੋਕਾਂ ਨੇ ਹਿੰਦੀ ਪੰਜਾਬੀ 'ਚ ਵੀ ਟਰਮਸ ਕੱਢੀਆਂ ਨੇ। ਇਸੇ ਤਰ੍ਹਾਂ ਕਿਸੇ ਦੀ ਜਾਤ ਦੇ ਪੁਰਾਣੇ ਟਰਮ ਆਪਾਂ ਯੂਜ਼ ਨਹੀਂ ਕਰਦੇ। ਹਾਂਜੀ, ਰੇਸ ਬਾਰੇ ਆਪਾਂ ਉਸ ਤਰ੍ਹਾਂ ਜਿਹੜੀ ਉਹ ਸਟੀਰੀਓਟਾਈਪਸ ਬਣੇ ਹੋਏ ਸੀ ਉਹਨਾਂ ਨੂੰ ਛੱਡਿਆ ਹੋਇਆ। ਇਸੇ ਤਰ੍ਹਾਂ ਇਹ ਰਿਲੀਜੀਅਸ ਵਰਲਡ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਐਕਸਪ੍ਰੈਸ਼ਨ ਨੇ, ਇਸ ਤਰ੍ਹਾਂ ਦੀ ਟਰਮਨੋਲੋਜੀ ਹੈ ਜਿਹੜੀ ਦੂਸਰਿਆਂ ਪ੍ਰਤੀ ਡਿਸਰਿਸਪੈਕਟਫੁਲ ਹੈ, ਹਾਂਜੀ, ਜਿਹੜਾ ਦੂਸਰਿਆਂ ਨੂੰ ਹਿਊਮਿਲੇਟ ਕਰਨ ਵਾਲੀ ਗੱਲ ਹੈ, ਜਿਹੜੇ ਦੂਸਰਿਆਂ ਨੂੰ ਨੀਵਾਂ ਦਿਖਾਉਣ ਵਾਲੀ ਗੱਲ ਹੈ, ਦੂਸਰਿਆਂ ਨੂੰ ਜੱਜ ਕਰਨ ਵਾਲੀ ਗੱਲ ਹੈ, ਹਾਂਜੀ, ਇਹਨੂੰ ਚੇਂਜ ਕਰਨ ਵਾਸਤੇ ਤੁਹਾਡੇ ਵਰਗੇ ਲੋਕਾਂ ਨੂੰ ਹੀ ਐਫਰਟ ਕਰਨੇ ਚਾਹੀਦੇ ਨੇ ਕਿ ਇਹਦੇ ਬਾਰੇ ਕੋਈ ਗੱਲ ਚਲਾਈ ਜਾਏ। ਜਿਵੇਂ ਅਸੀਂ ਡਿਸੇਬਲ ਲੋਕਾਂ ਬਾਰੇ ਲੈਂਗੁਏਜ ਬਦਲੀ ਹੈ, ਰਾਈਟ, ਕਾਸਟ ਬਾਰੇ ਲੈਂਗੁਏਜ ਬਦਲੀ ਹੈ, ਇਸ ਤਰ੍ਹਾਂ ਦੀ ਲੈਂਗੁਏਜ ਵੀ ਤਾਂ ਬਦਲਣੀ ਚਾਹੀਦੀ ਹੈ। ਸੋ ਇੱਥੇ ਨਾ ਸਾਡੇ ਕੋਲ ਦੋ ਗੁੱਡ ਨਿਊਜ਼ ਨੇ ਜਿਹਨੂੰ ਆਪਾਂ ਕਹਾਂਗੇ। ਪਹਿਲੀ ਤਾਂ ਇਹ ਹੈ ਕਿ ਗੁਰਬਾਣੀ ਵਿੱਚ ਇਹਦੀ ਪੂਰੀ ਫੈਸਿਲਿਟੇਸ਼ਨ ਆ। ਉਹ ਫਰੇਜ਼ੋਲੋਜੀ ਜਿਹੜੀ ਗੁਰਬਾਣੀ 'ਚ ਯੂਜ਼ ਹੁੰਦੀ ਹੈ ਨਾ, ਬੜੀ ਜ਼ਬਰਦਸਤ ਆ। ਉਹਨੂੰ ਜਦ ਸਿੱਖ ਅਪਲਾਈ ਕਰਦੇ ਸੀ ਤਾਂ ਅਸੀਂ ਇਹ ਪ੍ਰੋਬਲਮਾਂ ਨਹੀਂ ਆਉਂਦੀਆਂ ਸੀ। ਬੜੇ ਸਿੱਖਾਂ ਦੀ ਇਕੱਲੀ ਪ੍ਰੋਬਲਮ ਨਹੀਂ ਹੈ, ਐਜ਼ ਯੂ ਸੈਡ ਸਾਊਥ ਏਸ਼ੀਅਨ ਅਤੇ ਪੰਜਾਬੀ ਕਲਚਰ ਦੀ ਵੀ ਇਹ ਪ੍ਰੋਬਲਮ ਆ। ਮੈਂ ਦੇਖਦਾ ਕਿ ਪੰਜਾਬੀ ਦੇ ਵਿੱਚ ਵੀ ਜਿਹੜੇ ਗਾਣੇ ਆਉਂਦੇ ਨੇ, ਪੰਜਾਬੀ ਵਿੱਚ ਜਿਹੜੇ ਨਾਟਕਕਾਰੀ ਹੁੰਦੀ ਹੈ, ਪੰਜਾਬੀ ਜਿਹੜੀਆਂ ਫਿਲਮਾਂ ਆਉਂਦੀਆਂ ਨੇ, ਉੱਥੇ ਵੀ ਅਪਾਹਜਾਂ ਲਈ ਕੀ ਹੋ ਰਿਹਾ। ਪਿਛਲੇ 10 ਕੁ ਸਾਲਾਂ 'ਚ ਕੁਝ ਐਫਰਟ ਹੋਈਆਂ ਨੇ ਉਹਨੂੰ ਚੇਂਜ ਕਰਨ ਦੇ ਲਈ। ਜਤਿੰਦਰ ਮੌਰ ਵਰਗਿਆਂ ਨੇ ਐਫਰਟ ਕੀਤੀਆਂ ਨੇ, ਦਲਜੀਤ ਅੰਮੀ ਨੇ ਵੀ ਕੁਝ ਇਸ 'ਤੇ ਕੰਮ ਕੀਤਾ। ਉਹਨੇ ਵੋਕੈਬਲਰੀ ਪਬਲਿਸ਼ ਕੀਤੀ ਕਿ ਸਮਲਿੰਗੀ ਹੋਮੋਸੈਕਸ਼ੁਅਲਸ ਲਈ ਕਿਸ ਤਰ੍ਹਾਂ ਦੀਆਂ ਗੱਲ ਕਰਨ ਦੀ ਲੋੜ ਆ, ਰਾਈਟ। ਸੈਕਿੰਡ ਗੁੱਡ ਨਿਊਜ਼ ਇਜ਼ ਕਿ ਜਿਹੜੀ ਸਾਡੀ ਸੰਸਥਾ ਸਿੱਖ ਰਿਸਰਚ ਇੰਸਟੀਚਿਊਟ ਵੱਲੋਂ ਅਸੀਂ ਸਰਵੇਜ਼ ਕਰਦੇ ਹਾਂ, ਅਸੀਂ ਉਹੇ ਜਿਹੇ ਸਰਵੇਜ਼ ਦੇ ਵਿੱਚ ਇਹੋ ਜਿਹੀ ਵੋਕੈਬਲਰੀ ਲੈਣੀਆਂ ਸ਼ੁਰੂ ਕਰਤੀਆਂ। ਅਸੀਂ ਪਿੱਛੇ ਜੇ ਜੈਂਡਰ ਤੇ ਸੈਕਸ਼ੁਅਲਿਟੀ ਉੱਤੇ ਰਿਪੋਰਟ ਪ੍ਰੋਡਿਊਸ ਕੀਤੀ, ਹੁਣ ਵਿਮਨ ਐਂਡ ਜੈਂਡਰ 'ਤੇ ਕਰ ਰਹੇ ਹਾਂ। ਅਗਲੀ ਆਉਣ ਵਾਲੀ ਸਾਡੀ ਕੈਸਟ ਐਂਡ ਰੇਸਿਜ਼ਮ 'ਤੇ ਆ, ਉੱਥੇ ਅਸੀਂ ਇਹੀ ਜਰਨੀ ਵਿੱਚੋਂ ਲੈ ਜਾ ਰਹੇ ਹਾਂ। ਦੇਖੋ ਸਾਡੀ ਵੋਕੈਬਲਰੀ ਬੜੀ ਬੈਟਰ ਸੀਗੀ, ਉਹ ਰਿਸਪੈਕਟਫੁਲ ਅਤੇ ਡਿਗਨਿਟੀ ਵਾਲੀ ਸੀ। ਅਸੀਂ ਕੁਝ ਪਿਛਲੇ ਦਹਾਕਿਆਂ ਵਿੱਚ ਜਾਂ ਸੈਂਚੁਰੀ ਦੇ ਵਿੱਚ ਅੰਡਰ ਉਹੀ ਗੱਲ ਆ ਜਾਂਦੀ ਹੈ ਕੰਪਲੈਕਸਿਸ ਵਿੱਚ ਆ ਕੇ, ਕਿਉਂਕਿ ਦੇਖੋ ਇੱਕ ਕਲੋਨੀਅਲਿਜ਼ਮ ਦਾ ਵੀ ਇਫੈਕਟ ਰਿਹਾ, ਸਾਨੂੰ ਮੰਨਣਾ ਪਊਗਾ। ਸਾਡੇ ਉੱਤੇ ਇੱਕ ਡੀਜਨਰੇਸ਼ਨ ਹੋਈ ਹੈ, ਕਿਉਂਕਿ ਸਾਡੀਆਂ ਜਿਹੜੀਆਂ ਇੰਡੀਜਨਸ ਸਿਸਟਮ ਸੀ ਪੜ੍ਹਾਈ ਦੇ, ਤੁਸੀਂ ਕਹੋ ਟ੍ਰੈਡੀਸ਼ਨਲ ਸਿਸਟਮ ਸੀਗੇ, ਰਵਾਇਤਾਂ ਸੀਗੀਆਂ, ਅਸੀਂ ਉਹਨਾਂ ਨੂੰ ਟੋਟਲੀ ਤਿਆਗਤਾ। ਉਹ ਗਲਤ ਨਹੀਂ ਸੀਗੀਆਂ,
ਉਹਨਾਂ ਵਿੱਚ ਬਹੁਤ ਕੁਝ ਬੜਾ ਮਜ਼ਬੂਤ ਸੀਗਾ, ਬਹੁਤ ਕੁਝ ਚੰਗਾ ਸੀ। ਅਸੀਂ ਜਦੋਂ ਉਹਨੂੰ ਹੁਣ ਪਿਛਲੇ 150-200 ਸਾਲਾਂ ਵਿੱਚ ਦੇਖਦੇ ਹਾਂ, ਉਹਦੀ ਅਨਡੂਇੰਗ ਹੋਈ, ਫਿਰ ਇੱਕ ਕਲੋਨੀਅਲ ਸਿਸਟਮ ਦੀ ਹੋਈ, ਹੁਣ ਇੱਕ ਐਵੋਲੂਸ਼ਨ ਨਵਾਂ ਆ ਰਿਹਾ ਜਿੱਥੇ ਈਸਟ ਵੈਸਟ ਦੀ ਫੇਰ ਤੁਸੀਂ ਕਹਿ ਲਓ ਹੁਣ ਇੰਟੀਗ੍ਰੇਸ਼ਨ ਹੋ ਰਹੀ ਹੈ, ਹੁਣ ਲੜਾਈ ਘੱਟ ਹੋ ਰਹੀ ਹੈ। ਸੋ ਉਹਦੇ ਵਿੱਚੋਂ ਆਈ ਥਿੰਕ ਹੋਰ ਜਣੇ ਵੀ ਇਹਦੇ 'ਚ ਐਫਰਟਸ ਕਰ ਰਹੇ ਨੇ, ਅਤੇ ਇੰਡੀਵਿਜੂਅਲੀ ਸਾਰਿਆਂ ਨੂੰ ਦੇਖਣ ਦੀ ਲੋੜ ਆ ਕਿ ਅਸੀਂ ਇਕੱਲਾ ਆਪਣੇ ਕੰਮ ਦੇ ਵਿੱਚ ਇੱਕ ਡਿਫਰੈਂਟ ਖਾਨੇ 'ਚ ਨਾ ਆਪਰੇਟ ਕਰੀਏ। ਅਸੀਂ ਘਰ ਦੇ ਵਿੱਚ ਅਤੇ ਕਮਿਊਨਿਟੀ ਵਿੱਚ ਵੀ, ਭਾਵੇਂ ਤੁਸੀਂ ਮੈਂ ਤਾਂ ਕਹਿੰਦਾ ਕੌਨਸਰਟ 'ਤੇ ਬੈਠੇ ਹੋ ਅਤੇ ਭਾਵੇਂ ਆਪਣੇ ਨੈਟਵਰਕ ਵਿੱਚ ਗੱਲ ਕਰ ਰਹੇ ਹੋ, ਉੱਥੇ ਤੁਸੀਂ ਆਪ ਵਾਈਬ ਚੈਕਰ ਬਣੋ। ਉੱਥੇ ਜੇ ਕੋਈ ਗਲਤ ਬੋਲ ਰਿਹਾ ਵਰਡ, ਉਹਨੂੰ ਉੱਥੇ ਰੋਕੋ। ਜੇ ਤੁਸੀਂ ਉੱਥੇ ਨਹੀਂ ਰੋਕ ਸਕਦੇ ਨਾ, ਤੁਸੀਂ ਪਬਲਿਕਲੀ ਕਦੇ ਨਹੀਂ ਰੋਕ ਪਾਓਗੇ। ਆਖਰੀ ਮੇਰਾ ਸਵਾਲ ਹੈ, ਕਿਉਂਕਿ ਇਹ ਸੈਂਟਰਲ ਚੀਜ਼ ਹੈ ਮੈਨੂੰ ਲੱਗਦਾ, ਜਿਹਦੇ ਵਿੱਚੋਂ ਇਹ ਸਾਰੀਆਂ ਪ੍ਰੋਬਲਮਸ ਨਿਕਲਦੀਆਂ ਨੇ, ਕਿ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਜਿਹੜਾ ਧਰਮ ਹੈ ਉਹ ਸੁਪਰੀਮ ਹੈ ਅਤੇ ਬਾਕੀਆਂ ਨਾਲੋਂ ਬਿਹਤਰ ਹੈ, ਅਤੇ ਕਈਆਂ ਨੇ ਤਾਂ ਐਸੇ ਟਰੈਕਟ ਕਿਤਾਬਾਂ ਛਾਪੀਆਂ ਹੁੰਦੀਆਂ ਨੇ ਕਿ ਜਿਹੜੇ ਸਾਡਾ ਧਰਮ ਦੂਜਿਆਂ ਨਾਲੋਂ ਕਿਵੇਂ ਬਿਹਤਰ ਹੈ। ਹਾਂਜੀ, ਇਹ ਜਿਹੜੀ ਸਾਰੀ ਦੀ ਸਾਰੀ ਐਜੂਕੇਸ਼ਨ ਹੈ, ਜਿਹੜਾ ਇਹ ਸੋਚਣ ਦਾ ਨਜ਼ਰੀਆ, ਕੀ ਇਹ ਤੁਸੀਂ ਸਮਝਦੇ ਹੋ ਕਿ ਇਹ ਟਾਈਮ ਆ ਗਿਆ ਵੀ ਇਸ ਨੂੰ ਸਾਰੇ ਧਰਮਾਂ ਵਾਲੇ ਆਪੋ ਆਪਣੇ ਅੰਦਰ ਚੈਲੰਜ ਕਰਨਾ, ਕਿ ਬੇਸਿਕਲੀ ਸਾਨੂੰ ਡਿਵਾਈਡ ਕਰਨ ਵਾਲੇ ਪਾਸੇ ਲੈ ਕੇ ਜਾਂਦਾ ਔਰ ਇੱਕ ਖਾਮਖਾਹ ਦਾ ਇੱਕ ਕੰਪੀਟੀਸ਼ਨ ਪੈਦਾ ਕਰ ਰਿਹਾ? ਜਿਹੜਾ ਓਰੀਜਨਲ ਐਂਪਟਸ ਸੀਗਾ, ਜਿਹਨੂੰ ਮਹਿਬੂਬ ਸਾਹਿਬ ਵਰਗੇ ਪਹਿਲ ਤਾਜ਼ਗੀ ਕਹਿੰਦੇ ਸੀਗੇ, ਉਹਦੇ ਵਿੱਚ ਇਹ ਆਉਂਦਾ ਕਿ ਜਿਹੜੀ ਇਨੀਸ਼ੀਅਲ ਆਈਡੀਆ ਸੀ ਨਾ ਧਰਮਾਂ ਦਾ, ਉਹ ਤਾਂ ਇਸ ਤਰ੍ਹਾਂ ਦੀ ਗੱਲ ਹੀ ਸੀਗੀ ਕਿ ਪੋਜ਼ੀਟਿਵ ਹੀ ਸੀਗਾ। ਇਟ ਵਾਜ਼ ਅ ਫੋਰਸ ਫॉर ਗੁੱਡ, ਜਿਹਨੂੰ ਅੰਗਰੇਜ਼ੀ 'ਚ ਅੱਜ ਕੱਲ੍ਹ ਕਿਹਾ ਜਾਂਦਾ। ਬਟ ਹੋ ਕੀ ਰਿਹਾ ਕਿ ਜਿਹੜੇ ਉਹਦੀ ਡਿਵੈਲਪਮੈਂਟ ਜਾਂ ਐਵੋਲੂਸ਼ਨ ਹੋਈ ਅਤੇ ਲੋਕਾਂ ਨੇ ਆਪਣੀਆਂ ਸੁਪੀਰੀਅਰਿਟੀ ਕੰਪਲੈਕਸ ਰੱਖਣ ਦੇ ਲਈ, ਅਗੇਨ ਗੱਲ ਉੱਥੇ ਆਊਗੀ, ਤੁਸੀਂ ਸਟੱਡੀ ਕਰੋ ਰਿਲੀਜਨਸ ਦੀ, ਉਹਦੇ ਵਿੱਚ ਫਿਰ ਇਸ ਤਰ੍ਹਾਂ ਦੀ ਵੋਕੈਬਲਰੀਆਂ ਅਤੇ ਆਈਡੀਆਜ਼ ਇੰਟਰੋਡਿਊਸ ਕਰ ਦਿੱਤੇ ਗਏ। ਦੇਖੋ, ਮੋਸਟਲੀ ਇਨ ਲਾਸਟ 30 ਈਅਰਸ, ਮੈਂ ਅਮਰੀਕਾ ਵਿੱਚ ਬੜਾ ਕਲੋਜ਼ਲੀ ਦੇਖ ਰਿਹਾ, ਲਾਸਟ 100 ਈਅਰਸ ਵਿੱਚ ਕ੍ਰਿਸਚੈਨਿਟੀ ਨੇ ਇਹਦੇ 'ਚ ਬੜਾ ਕੁਝ ਕੀਤਾ। ਤੁਸੀਂ ਪੋਪ ਨੂੰ ਦੇਖੋ ਕਿ ਜਦੋਂ ਆਪਣੇ ਕੈਥਲਿਕਸ ਨੂੰ ਕੋਈ ਚੀਜ਼ ਕਹਿੰਦਾ, ਉਹ ਬੜਾ ਸਟ੍ਰਿਕਟ ਹੋ ਕੇ ਬੋਲਦਾ। ਜਦੋਂ ਗਲੋਬਲੀ ਗੱਲ ਕਰ ਰਿਹਾ, ਉਹ ਆਪਣੇ ਆਪ ਨੂੰ ਚੇਂਜ ਕਰ ਰਹੇ ਨੇ। ਇਹ ਐਕਚੁਅਲੀ ਉਹਨਾਂ ਦੀ ਡਾਇਕੋਟਮੀ ਬਣ ਰਹੀ ਹੈ। ਸਿੱਖਾਂ ਦੇ ਵਿੱਚ ਇਹ ਡਾਇਕੋਟਮੀ ਜ਼ਬਰਦਸਤੀ ਲਿਆਈ ਗਈ ਹੈ। ਸਾਡੇ ਵਿੱਚ ਤਾਂ ਆਈਡੀਆ ਵਿੱਚ ਵੀ ਹੈ ਨਹੀਂ ਉਹ ਡਿਸਕ੍ਰਿਮੀਨੇਸ਼ਨ, ਕਿਉਂਕਿ ਅਸੀਂ ਸਿੱਖੀ ਦੇ ਆਈਡੀਆ ਤੋਂ ਦੂਰ ਚਲੇ ਗਏ, ਬਾਣੀ ਤੋਂ ਦੂਰ ਚਲੇ ਗਏ। ਬਾਣੀ ਵਾਜ਼ ਆਰ ਚਾਰਟਰ, ਇਸ ਕਰਕੇ ਦੁਬਾਰਾ ਵਾਪਸ ਆ ਗਿਆ। ਇਹਨੂੰ ਦੁਬਾਰਾ ਰਿਵਾਈਵ ਕਰਨ ਦੀ ਲੋੜ ਆ। ਬਟ ਆਈ ਫੁੱਲੀ ਅਗਰੀ ਵਿਦ ਯੂ ਕਿ ਜਿਹਨੂੰ ਅਸੀਂ ਟੋਲਰੈਂਸ ਕਹਿੰਦੇ ਸੀ 1960s ਦੇ ਵਿੱਚ, ਹੁਣ ਉਹ ਐਕਸੈਪਟੈਂਸ ਵਿੱਚ ਆ ਗਈ ਹੈ ਗੱਲ। ਐਕਸੈਪਟੈਂਸ ਦਾ ਆਈਡੀਆ ਹੈਗਾ ਕਿ ਲੀਗਲੀ ਡਿਮਾਂਡ ਨਹੀਂ ਹੈ ਇਹ ਇਕੱਲੀ, ਐਨੀ ਹਿਊਮਨ ਬੀਇੰਗ ਜਿਹੜੀ ਕੋਈ ਡਿਗਨਿਟੀ ਆ, ਉਹ ਐਕਸੈਪਟ ਹੀ ਨਹੀਂ ਕਰੋ। ਜਿਵੇਂ ਡਾਕਟਰ ਅੰਬੇਡਕਰ ਨੇ ਐਕਸੈਪਟ ਹੀ ਨਹੀਂ ਕੀਤਾ, ਜੋ ਮਰਜ਼ੀ ਕੋਈ ਬੋਲੇ। ਉਹਨਾਂ ਨੇ ਬੜੇ ਕ੍ਰਿਟੀਕਲੀ ਵੀ ਫਿਰ ਉਹਦਾ ਚੈਲੰਜ ਵੀ ਕੀਤਾ, ਫਿਰ ਉਹਨਾਂ ਨੂੰ ਹਾਰਸ਼ ਵੋਕੈਬਲਰੀ ਵੀ ਯੂਜ਼ ਕਰਨੀ ਪਈ, ਕਿਉਂਕਿ ਪੈਂਡੂਲਮ ਨੂੰ ਸਵਿੰਗ ਕਰਨ ਲਈ ਕਰਨੀ ਪੈਂਦੀ ਹੈ। ਸੋ ਜਿੰਨੀਆਂ ਵੀ ਦਬਾਈਆਂ ਹੋਈਆਂ ਕੌਮਾਂ ਨੇ, ਜਿੰਨੇ ਵੀ ਦਬਾਏ ਹੋਏ ਲੋਕ ਨੇ ਦੁਨੀਆ ਵਿੱਚ, ਉਹ ਸਾਰੇ ਇਹ ਡਿਮਾਂਡ ਕਰ ਰਹੇ ਨੇ ਅਤੇ ਉਹ ਵੋਕਲੀ ਕਰਨੀ ਗੱਲ ਸ਼ੁਰੂ ਕਰਤੀ ਹੈ। ਉਹਨਾਂ ਦੀ ਰੈਪਰਜ਼ੈਂਟੇਸ਼ਨ ਵੀ ਆ ਰਹੀ ਹੈ। ਹੋਪਫੁਲੀ ਸਾਰੀ ਰੈਪਰਜ਼ੈਂਟੇਸ਼ਨ ਐਸਟੈਬਲਿਸ਼ਮੈਂਟ ਨਾਲ ਨਹੀਂ ਜੁੜੂਗੀ, ਫਿਰ ਇਹੀ ਰਿਲੀਜੀਅਸ ਅਤੇ ਪੋਲੀਟੀਕਲ ਥੋਟ ਇਵੈਂਚੁਅਲੀ ਪਾਲਿਸੀ ਚੇਂਜ ਕਰਾਉਂਦਾ। ਬਹੁਤ ਸ਼ੁਕਰੀਆ ਜੀ। ਉਮੀਦ ਇਹੀ ਹੈ ਕਿ ਤੁਹਾਡੇ ਵਰਗੇ ਜਿਹੜੇ ਵਿਦਵਾਨ ਨੇ, ਜਿਸ ਤਰ੍ਹਾਂ ਦੀ ਪੋਜ਼ੀਟਿਵ ਸੋਚ, ਮਾਡਰਨ ਸੋਚ ਤੁਸੀਂ ਰੱਖ ਰਹੇ ਹੋ, ਇਹ ਹੋਰ ਫੈਲੇਗੀ ਅਤੇ ਜਿਹੜਾ ਸਾਡਾ ਯੂਥ ਹੈ, ਚਾਹੇ ਉਹ ਪੰਜਾਬ 'ਚ ਹੈ, ਚਾਹੇ ਪੰਜਾਬ ਤੋਂ ਬਾਹਰ ਹੈ, ਉਹ ਇਸ ਤਰੀਕੇ ਨਾਲ ਵੀ ਸੋਚਣਾ ਸ਼ੁਰੂ ਕਰੇਗਾ ਅਤੇ ਨਵੇਂ ਤਰੀਕੇ ਨਾਲ ਅਸੀਂ ਆਪੋ ਆਪਣੇ ਰਿਲੀਜਨ ਨਾਲ ਕਨੈਕਟ ਕਰਨਾ ਸ਼ੁਰੂ ਕਰਾਂਗੇ, ਤਾਂ ਕਿ ਜਿਹੜੇ ਕੌਨਫਲਿਕਟ ਨੇ, ਧਰਮ ਕੌਨਫਲਿਕਟ ਨਾ ਪੈਦਾ ਕਰੇ। ਧਰਮ ਸਾਨੂੰ ਸਾਰਿਆਂ ਨੂੰ ਜੋੜੇ ਔਰ ਇਹ ਜਿਹੜੀ ਇੱਕ ਸਾਂਝੀ ਹਿਊਮੈਨਿਟੀ ਦੀ ਗੱਲ ਹੈ, ਅਸੀਂ ਉਸ ਪਾਸੇ ਨੂੰ ਵਧੀਏ ਔਰ ਅਸੀਂ ਇੱਕ ਦੂਸਰੇ ਪ੍ਰਤੀ ਰਿਸਪੈਕਟਫੁਲ ਹੋ ਸਕੀਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮਿਹਰਬਾਨੀ ਜੀ। ਟ੍ਰੈਂਡ ਇਸੇ ਵੱਲ ਹੀ ਹੈ। ਸੋ ਦੈਟਸ ਅਗੇਨ ਅਨਦਰ ਗੁੱਡ ਨਿਊਜ਼ ਕਿ ਯੂਥ ਤੇ ਮੋਸਟਲੀ ਇਸ ਤਰ੍ਹਾਂ ਹੀ ਦੇਖ ਰਹੇ ਨੇ, ਪੰਜਾਬ ਵਿੱਚ ਵੀ, ਡਾਇਸਪੋਰਾ ਵਿੱਚ ਵੀ ਅਤੇ ਗਲੋਬਲੀ ਵੀ। ਬਹੁਤ ਸ਼ੁਕਰੀਆ। ਥੈਂਕ ਯੂ। ਮਿਹਰਬਾਨੀ। ਥੈਂਕ ਯੂ।